ਅਸੀਂ ਆਪਣੇ ਜੀਵਿਤ ਖੁਦਾਵੰਦ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਇਕੱਠੇ ਹੋਏ ਹਾਂ। ਸੋ ਆਓ ਉਸ ਦੇ ਨਾਮ ਦੀ ਮਹਿਮਾ ਕਰਨ ਦੇ ਲਈ ਆਪਣੇ ਸਿਰਾਂ ਨੂੰ ਝੁਕਾਵਾਂਗੇ, ਪ੍ਰਾਰਥਨਾ ਦੀ ਹਾਲਤ ਵਿੱਚ ਹੁੰਦੇ ਹਾਂ। ਪਵਿੱਤਰ ਪਵਿੱਤਰ ਸੈਨਾ ਦੇ ਯਹੋਵਾ ਸਮਰਥੀ ਖੁਦਾਵੰਦ ਪ੍ਰਭੂ ਯਿਸੂ ਮਸੀਹ, ਦਿਲ ਜਾਨ ਤੋਂ ਤੇਰੇ ਧੰਨਵਾਦੀ ਹਾਂ ਅੱਜ ਦੀ ਵਧੀਆ ਸ਼ਾਮ ਲਈ, ਜਦ ਤੂੰ ਅੱਜ ਸਾਨੂੰ ਇਸ ਛੱਤ ਦੇ ਇਕੱਠੇ ਹੋਣ ਦਾ ਮੌਕਾ ਦਿੱਤਾ। ਪ੍ਰਭੂ ਖੁਦਾ ਅਸੀਂ ਜਾਣਦੇ ਹਾਂ ਕਿ ਬਾਈ ਚਾਂਸ ਨਹੀਂ ਹੈ, ਇਹ ਤੇਰੀ ਯੋਜਨਾ ਦੇ ਮੁਤਾਬਕ ਹੈ, ਕਿਉਂਕਿ ਕੋਈ ਵੀ ਮੀਟਿੰਗ ਕੋਈ ਵੀ ਮੁਲਾਕਾਤ ਆਪਣੇ ਆਪ ਨਹੀਂ ਹੋ ਸਕਦੀ। ਇਹ ਸਭ ਤੇਰੀ ਕਿਰਪਾ ਦੇ ਨਾਲ ਹੀ ਹੁੰਦਾ ਹੈ। ਪ੍ਰਭੂ ਮੈਂ ਯਾਦ ਕਰਦਾ ਹਾਂ ਖੂਹ ਦੇ ਉੱਤੇ ਉਸ ਘਟਨਾ ਨੂੰ, ਜਦ ਇੱਕ ਐਸੀ ਇਸਤਰੀ ਸੀ ਜੋ ਕਿ ਪਿਆਰੇ ਪ੍ਰਭੂ ਤੇਰੇ ਤੋਂ ਅਣਜਾਣ ਸੀ, ਲੋਕਾਂ ਵੱਲੋਂ ਤਿਆਗੀ ਹੋਈ ਸੀ, ਰੱਦੀ ਹੋਈ ਸੀ, ਪਰ ਤੂੰ ਉਹਦੇ ਲਈ ਯੋਜਨਾ ਜਗਤ ਦੀ ਨਹੀਂ ਰੱਖੇ ਜਾਣ ਤੋਂ ਪਹਿਲਾਂ ਹੀ ਬਣਾ ਚੁੱਕਾ ਸੀ। ਇਸੇ ਕਰਕੇ ਉਹ ਦੁਪਹਿਰ ਪ੍ਰਭੂ ਯਿਸੂ ਮਸੀਹ ਉਹਦਾ ਕਨਵਰਜਨ ਹੋ ਗਿਆ, ਉਹਦੀ ਜ਼ਿੰਦਗੀ ਦਾ ਬਦਲਾਅ ਹੋ ਗਿਆ, ਕਿਉਂਕਿ ਉਹ ਮੁਲਾਕਾਤ ਮਨੁੱਖਾਂ ਵੱਲੋਂ ਜਾਂ ਉਹਦੇ ਆਪਣੇ ਵੱਲੋਂ ਨਹੀਂ ਸੀ, ਉਹ ਮੁਲਾਕਾਤ ਤੇਰੇ ਵੱਲੋਂ ਸੀ। ਇਸੇ ਕਰਕੇ ਪ੍ਰਭੂ ਯਿਸੂ ਮਸੀਹ ਨੂੰ ਉਹਦੇ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਚੇਲਿਆਂ ਨੂੰ ਖਾਣਾ ਖਰੀਦਣ ਲਈ ਭੇਜ ਦਿੱਤਾ ਸੀ। ਔਰ ਪਿਆਰੇ ਪ੍ਰਭੂ ਮੈਂ ਯਾਦ ਕਰਦਾ ਪ੍ਰਭੂ ਉਸ ਹਬਸ਼ੀ ਖੋਜੇ ਨੂੰ ਜੋ ਬੰਦਗੀ ਕਰਕੇ ਪ੍ਰਭੂ ਯਿਸੂ ਮਸੀਹ ਆਪਣੇ ਇਲਾਕੇ ਵੱਲ ਨੂੰ ਜਾ ਰਿਹਾ ਸੀ ਖੁਦਾ, ਪਰ ਤੂੰ ਫਿਲਿਪਸ ਨੂੰ ਉਠਾਇਆ ਤਾਂ ਕਿ ਉਹਦੇ ਨਾਲ ਮੁਲਾਕਾਤ ਹੋ ਸਕੇ। ਹਰ ਵਾਰ ਪ੍ਰਭੂ ਯਿਸੂ ਮਸੀਹ ਜਦ ਇੱਕ ਖਾਸ ਮੁਲਾਕਾਤ ਹੁੰਦੀ ਹੈ ਤੇ ਉਹਦੇ ਵਿੱਚ ਇੱਕ ਬਦਲਾਅ ਹੁੰਦਾ ਹੈ। ਪ੍ਰਭੂ ਯਿਸੂ ਮਸੀਹ ਕੋਈ ਜ਼ਿੰਦਗੀ ਬਦਲਦੀ ਹੈ। ਪ੍ਰਭੂ ਜਦ ਦਮਿਸ਼ਕ ਦੀ ਰਾਹ ਤੇ ਪੌਲਸ ਨਾਲ ਮੁਲਾਕਾਤ ਹੋਈ ਤਾਂ ਪ੍ਰਭੂ ਇਹ ਪੌਲਸ ਦੇ ਬਦਲਾਅ ਦਾ ਦਿਨ ਸੀ ਪ੍ਰਭੂ ਯਿਸੂ ਮਸੀਹ। ਔਰ ਅੱਜ ਸ਼ਾਮ ਜਦ ਅਸੀਂ ਪ੍ਰਭੂ ਇਸ ਘਰ ਦੇ ਵਿੱਚ ਆਏ ਹਾਂ, ਮੇਰੀ ਦੁਆ ਹੈ ਅੱਜ ਦੀ ਮੁਲਾਕਾਤ ਤੇਰੇ ਬੱਚਿਆਂ ਦੀ ਜ਼ਿੰਦਗੀ ਵਿੱਚ ਇੱਕ ਗਹਿਰਾ ਬਦਲਾਅ ਲੈ ਕੇ ਆਵੇ, ਉਹਨਾਂ ਨੂੰ ਆਤਮਿਕ ਬੇਦਾਰੀ ਮਿਲੇ ਪ੍ਰਭੂ, ਸਾਰੇ ਬੰਧਨ ਟੁੱਟਣ ਪ੍ਰਭੂ ਯਿਸੂ ਮਸੀਹ, ਔਰ ਤੇਰਾ ਜਲਾਲੀ ਆਤਮਾ ਇਸ ਜਗ੍ਹਾ ਤੇ ਕਾਬੂ ਪਾ ਲਵੇ ਪ੍ਰਭੂ ਯਿਸੂ ਮਸੀਹ। ਸਾਰੇ ਭੈਣ ਭਰਾ ਤੇਰੇ ਲਈ ਗੰਭੀਰ ਹੋ ਜਾਣ, ਬਹੁਤ ਸਾਰੀ ਬਰਕਤ ਦੇ ਕੇ ਤੇਰਾ ਨਾਮ ਮਹਿਮਾ ਪਾਏ। ਯਿਸੂ ਮਸੀਹ ਦੇ ਨਾਮ ਪ੍ਰਾਰਥਨਾ ਕਰਦੇ ਆਮੀਨ। ਬਹੁਤ ਬਰਕਤ ਦੇ गीत गाते हैं, तो शुक्रिया खुदा का जिसने जीवन हमें दिया। ओ शुक्रिया खुदा का जिसने जीवन हमें दिया। ओ शुक्रिया खुदा का
जीवन जो ਅਸੀਂ जी रहे हैं ये साडी अपनी लियाकत अपनी अकल ਦੇ ਨਾਲ नहीं ये जीवन ਸਾਨੂੰ ਖੁਦਾਵੰਦ ਪ੍ਰਭੂ ਯਿਸੂ ਮਸੀਹ ਨੇ ਦਿੱਤਾ ਹੈ। ਬਾਈਬਲ ਦੱਸਦੀ ਹੈ ਕਿ ਹਰੇਕ ਚੀਜ਼ ਉਸ ਤੋਂ ਰਚੀ ਗਈ ਤੇ ਅਸੀਂ ਵੀ ਉਹਦੇ ਲਈ ਰਚੇ ਗਏ ਹਾਂ। ਇਸ ਕਰਕੇ ਸਾਡਾ ਜੀਵਨ ਸਾਡਾ ਆਪਣਾ ਜੀਵਨ ਨਹੀਂ ਹੈ, ਸਾਡਾ ਜੀਵਨ ਉਹਦੀ ਬਖਸ਼ਿਸ਼ ਹੈ। ਉਹਨੇ ਸਾਨੂੰ ਬਖਸ਼ਿਆ ਹੈ। ਸਿਰਾਂ ਨੂੰ ਝੁਕਾਵਾਂਗੇ, ਪ੍ਰਾਰਥਨਾ ਦੀ ਹਾਲਤ ਵਿੱਚ ਰਵਾਂਗੇ। ਦੁਨੀਆ ਨਾਲ ਮਿਲ ਕੇ ਪ੍ਰਾਰਥਨਾ ਸੱਚੀ ਪ੍ਰਵੇਸ਼ ਮਸੀਹ ਇਸ ਤਰ੍ਹਾਂ ਧੰਨਵਾਦ ਕਰਦੇ ਹਾਂ ਜਿਸ ਤੇ ਇਸਲਾਮ ਦੇ ਇਸ ਘਰ ਵਿੱਚ ਲੈ ਕੇ ਆਉਂਦਾ ਮੇਰੇ ਧੰਨਵਾਦ ਕਰਦੇ ਹਾਂ ਜਿਸ ਪਰਿਵਾਰ ਦੇ ਲਈ ਮੇਰੇ ਪ੍ਰਵੇਸ਼ ਮਸੀਹ ਆਪਣੀ ਮਜ਼ਦੂਰੀ ਚ ਰੱਖਿਆ ਮੇਰੇ ਖੁਦਾ ਆਪਣੀ ਕਿਰਪਾ ਚ ਰੱਖਿਆ ਮੇਰੇ ਪ੍ਰਵੇਸ਼ ਮੇਰੀ ਬੇਨਤੀ ਹੈ ਕਿ ਜਿਹੜੇ ਆਏ ਹਾਂ ਪ੍ਰਭੂ ਤੇਰੇ ਨਾਮ ਚ ਮੇਰੀ ਬੇਨਤੀ ਆਪਣੇ ਸੇਵਕ ਨੂੰ ਆਪਣੇ ਹੱਥਾਂ ਵਿੱਚ ਲੈ ਮੇਰੇ ਖੁਦਾ ਔਰ ਮੇਰੇ ਪ੍ਰਵੇਸ਼ ਮਸੀਹ ਜੋ ਤੇਰਾ ਵਚਨ ਹੋਵੇ ਪ੍ਰਭੂ ਆਪਣੇ ਸੇਵਕ ਦੇ ਵਿੱਚ ਹੋਵੇ ਸਾਨੂੰ ਦੇ ਤਾਂ ਕਿ ਪ੍ਰਭੂ ਅਸੀਂ ਆਪਣੀ ਜ਼ਿੰਦਗੀ ਵਿੱਚ ਉਸ ਨੂੰ ਲੈ ਕੇ ਪ੍ਰਭੂ ਆਪਣੀ ਜ਼ਿੰਦਗੀ ਨੂੰ ਅੱਗੇ ਵਧਾ ਸਕੀਏ ਔਰ ਤੈਨੂੰ ਪ੍ਰਸੰਨ ਕਰ ਸਕੀਏ ਮੇਰੇ ਪ੍ਰਭੂ ਦਇਆ ਕਰ ਇਸ ਘਰ ਨੂੰ ਬਹੁਤ ਸਾਰੀ ਬਰਕਤ ਮਿਲੇ ਤੇਰਾ ਵਚਨ ਪ੍ਰਭੂ ਇਸ ਜ਼ਿੰਦਗੀ ਦੇ ਵਿੱਚ ਵਧਦਾ ਜਾਵੇ ਯਿਸੂ ਮਸੀਹ ਦੇ ਨਾਮ ਚ ਆਮੀਨ। ज़्यादा समा ना लेंदा है मैं चाहूँगा इस प्रभु के वचन जो कुछ गल्लां सीखिए। जबूर 80 की 8वीं आयत में पढ़ते 8वीं और 9वीं आयत। हालेलुया। तो मिस्र से एक दाखलता ले आया और अन्य जातियों को निकालकर उसे लगा दिया। तूने उसके लिए स्थान तैयार किया और उसने जड़ पकड़ी और फैलकर देश को भर दिया। प्रभु अपना वचन देते जान के अपनी बरकत पावे। आमीन। अपने स्थान पर बैठ सकते मैं प्रार्थना करता हूँ। प्रभु यीशु मसीह पढ़े गए वचन ਲਈ ਧੰਨਵਾਦ। तेरा वचन प्रकाशन ਨਾਲ ਭਰਿਆ ਹੋਇਆ ਹੈ और ये जिंदगी ਦੀਆਂ ਗੱਲਾਂ ਬਖਸ਼ਦਾ ਹੈ। प्रार्थना करता हूँ जब ਅਸੀਂ ਤੇਰੇ वचन ਨੂੰ ਖੋਲਿਆ ਸਾਡੀ ਸਹਾਇਤਾ ਕਰਕੇ ਅਸੀਂ ਇਹਨੂੰ ਸਮਝ ਵੀ ਪਾਈਏ। बहुत सारी बरकत की प्रार्थना बेनती यीशु मसीह के नाम में आमीन। तो तुम बहुत बरकत दे। आज मैं ब्रदर के लिए धन्यवाद करता हूँ, सारे सारे लिए धन्यवाद करता हूँ जिन्हों के वसीले नाल आज असीं इत्थे पहुँच पाए हैं। तो मैं चाहांगा कि थोड़ी देर वचन वाल ध्यान लगाया जाए। बाइबल दसदी है कि मनुख केवल रोटी नाल नहीं सगों प्रभु के मुख चों निकले वाक नाल जिंदा होवेगा। साडी बनतर जिहदे विच असीं जी रहे हैं असीं सोचते हैं कि एक एक मनुख है पर नहीं, असीं एक नहीं असीं दोहरे हैं। एक साडा जिसमानी जीवन है ते एक साडा रूहानी जीवन है। ठीक है भैणों, एक साडा जिसमानी जीवन ते एक साडा रूहानी जीवन है। जिस तरह जिसमानी जीवन नूं रोटी पानी की जरूरत होंदी है उस तरह ही साडे रूहानी जीवन नूं भी रोटी पानी की जरूरत है। आमीन। सच। तुसीं सियाणे हो, जेकर जिसमानी जीवन नूं असीं रोटी नहीं खिलाते तो यह कमज़ोर पै जाता, दुबला पतला हो जाता और कोई बल नहीं रहिंदा। बिल्कुल सच। जेकर इनू असीं जिसमानी तौर पर रोटी नहीं खिलाते। सेम वे साडा अंदर आत्मा आ, इनू भी एक रोटी की जरूरत है। सच। आमीन। और इस चीज़ नूं जानन की जरूरत है। जिसम नूं आलू प्याज रोटी चावल दाल चावल जो भी घरां च पकदा ओहदी जरूरत होंदी है। सच। पर साडे आत्मिक जीवन नूं आत्मिक रोटी की जरूरत होंदी है। आमीन। ते आत्मिक रोटी किचन च नहीं पकदी, आत्मिक रोटी प्रभु का जिंदा वचन है। आमीन। आमीन। सच। तो जिस तरह जिस्म नूं असीं पालदे हां, इहदा ध्यान रखदे हां, सवेर नूं नाश्ता करदे हां, दोपहर नूं असीं लंच करदे हां, फिर रात नूं डिनर करदे हां। क्यों करदे हां? ताकि साडा जिस्म कमज़ोर ना पवे। तो सेम वे सानू अपने आत्मिक जीवन के लिए भी कुछ सोचना चाहिए आ कि इनू भी टाइम के नाल असी आत्मिक भोजन खिलाइए। तो आत्मिक भोजन किचन च नहीं पकदा। मैं फिर दोहरा रहा, आत्मिक भोजन प्रभु का जिंदा वचन है। और साडे आत्मा की तसल्ली के लिए दुनिया की कोई कथा कहानी काम नहीं करेगी। नबी ने कहा जो खुदावन ने मनुख नूं रचिया
ਤਾਂ ਉਹਦੇ ਅੰਦਰ ਇੱਕ ਪਿਆਸ ਪਾਈ। ਆਮੇਨ। ਤੁਹਾਨੂੰ ਸਾਰਿਆਂ ਨੂੰ ਪਿਆਸ ਲੱਗਦੀ ਹੈ, ਮੈਨੂੰ ਵੀ ਲੱਗਦੀ ਹੈ, ਕਿਉਂਕਿ ਜਦੋਂ ਅਸੀਂ ਬਣਾਏ ਗਏ ਸਾਡੇ ਅੰਦਰ ਉਹਨੇ ਇੱਕ ਭੁੱਖ ਤੇ ਇੱਕ ਪਿਆਸ ਪਾਈ। ਸੱਚ। ਮੇਰੇ ਨਾਲ ਰਹੋਗੇ? ਆਮੇਨ। ਨਾਲ ਰਹਿਣ ਦਾ ਮਤਲਬ ਜਿਵੇਂ ਮੈਂ ਬੋਲ ਰਿਹਾ ਮੇਰੇ ਨਾਲ ਬੋਲਦੇ ਰਹੋ। ਜਦ ਅਸੀਂ ਬਣਾਏ ਗਏ ਸਾਡੇ ਅੰਦਰ ਦੋ ਚੀਜ਼ਾਂ ਰੱਖੀਆਂ, ਨੰਬਰ 1 ਭੁੱਖ, ਨੰਬਰ 2 ਪਿਆਸ। ਆਮੇਨ। ਜਦੋਂ ਸਾਡੇ ਜਿਸਮ ਨੂੰ ਭੁੱਖ ਲੱਗਦੀ ਹੈ ਤੇ ਤੁਸੀਂ ਕਿਸੇ ਫੋਟੋ ਨੂੰ ਵੇਖ ਕੇ ਰੱਜ ਨਹੀਂ ਸਕਦੇ। ਸੱਚ। Is it God it? bless you, brother, ਸੱਚ। ਜੇਕਰ ਮੰਨ ਲਓ ਸਾਨੂੰ ਭੁੱਖ ਲੱਗੀ ਹੈ ਤੇ ਅਸੀਂ ਕਹੀਏ ਕਿ ਉਹ 버ਗਰ ਦੀ ਫੋਟੋ ਲੱਗੀ ਹੋਈ ਹੈ, ਚਲੋ ਉਹਨੂੰ ਵੇਖੀਏ। ਇੱਕ ਥਾਲੀ ਦੀ ਫੋਟੋ ਲੱਗੀ ਹੋਈ ਹੈ, ਸਪੈਸ਼ਲ ਥਾਲੀ ਦੀ, ਉਹਦੇ ਵਿੱਚ ਪਿਆਜ਼, ਸਲਾਦ, ਚਾਵਲ, ਰੋਟੀ, ਪਰਾਂਠੇ, ਦਹੀਂ, ਸਬਜ਼ੀਆਂ ਪਈਆਂ ਹੋਈਆਂ ਨੇ। ਆਓ ਫੋਟੋ ਵੇਖ ਕੇ ਰੱਜੀਏ। ਇਦਾਂ ਨਹੀਂ ਹੋ ਸਕਦਾ। ਕੋਈ ਫੋਟੋ ਵੇਖ ਕੇ ਰੱਜ ਸਕਦਾ ਹੈ? ਨਹੀਂ। ਨਹੀਂ। ਜੇਕਰ ਸਾਡੇ ਅੰਦਰ ਭੁੱਖ ਆ ਤੇ ਸਾਨੂੰ ਉਹ ਲਿਟਰਲੀ ਯੈਸ। ਉਹ ਰੋਟੀ, ਸਬਜ਼ੀ, ਪਿਆਜ਼, ਟਮਾਟਰ ਜੋ ਕੁਝ ਵੀ ਅਸੀਂ ਖਾ ਸਕਦੇ ਹਾਂ ਉਹ ਖਾਣੇ ਪੈਣੇ ਆ। ਜੇਕਰ ਅਸੀਂ ਇਕੱਲਾ ਫੋਟੋ ਨੂੰ ਵੇਖਦੇ ਰਵਾਂਗੇ ਤੇ ਉਹਨੇ ਕਦੇ ਵੀ ਸਾਡਾ ਢਿੱਡ ਨਹੀਂ ਭਰਨਾ। ਸੱਚ ਹੈ। God bless you। ਠੀਕ ਹੈ। ਤੋ ਜੇਕਰ ਗੱਲ ਕਰੀਏ ਅਸੀਂ ਪਿਆਸ ਦੀ, ਅਸੀਂ ਪਿਆਸ ਦੀ ਗੱਲ ਕਰਦੇ ਹਾਂ ਜੀ। ਸਾਡੇ ਘਰ ਇੱਕ ਫੋਟੋ ਲੱਗੀ ਹੋਈ ਆ, ਬੜਾ ਸੋਹਣਾ ਜੱਗ ਪਾਣੀ ਦਾ ਭਰਿਆ ਹੋਇਆ। ਅਸੀਂ ਫੋਟੋ ਵੇਖ ਕੇ ਪਿਆਸ ਵੀ ਨਹੀਂ ਬੁਝਾ ਸਕਦੇ। ਸੱਚ। ਸਾਨੂੰ ਉਹ ਹਕੀਕੀ ਪਾਣੀ ਪੀਣ ਦੇ ਲਈ ਜਾਣਾ ਪੈਣਾ ਹੈ। ਆਮੇਨ। ਜਿਸ ਤਰ੍ਹਾਂ ਕਿਚਨ ਦੇ ਵਿੱਚ ਅਸੀਂ ਹਕੀਕੀ ਰੋਟੀ ਪਕਾਉਂਦੇ ਆ, Yes. ਆਟਾ ਗੁੰਨਦੇ ਆ, ਫਿਰ ਪੇੜੇ ਬਣਾਉਂਦੇ ਆ, ਫਿਰ ਉਹਨੂੰ ਪਾ ਕੇ ਪਕਾਉਂਦੇ ਆ, ਕਿਉਂਕਿ ਉਸ ਰੋਟੀ ਨੇ ਸਾਡੀ ਭੁੱਖ ਦੂਰ ਕਰਨੀ ਆ ਤੇ ਉਸ ਹਕੀਕੀ ਪਾਣੀ ਨੇ ਹੀ ਸਾਡੀ ਪਿਆਸ ਦੂਰ ਕਰਨੀ ਹੈ। ਆਮੇਨ। ਸੱਚ ਹੈ। God bless you। ਹੁਣ ਰੋਟੀ ਦੀ ਜਗ੍ਹਾ ਜਾਂ ਪਾਣੀ ਦੀ ਜਗ੍ਹਾ ਤੁਸੀਂ ਕੋਲਡ ਡਰਿੰਕ ਪੀਵੋ, ਨਹੀਂ ਤਸੱਲੀ ਹੋਣੀ। ਸੱਚ ਹੈ। ਕਿਉਂਕਿ ਖੁਦਾ ਨੇ ਜਦੋਂ ਮਨੁੱਖ ਦੇ ਅੰਦਰ ਪਿਆਸ ਪਾਈ ਤੇ ਉਸ ਪਿਆਸ ਨੂੰ ਦੂਰ ਕਰਨ ਲਈ ਨਾ ਤੇ ਲਿਮਕਾ ਬਣਾਇਆ ਗਿਆ ਸੀ, ਨਾ ਕੋਕ ਬਣਾਇਆ ਗਿਆ ਸੀ, ਨਾ ਫੈਂਟਾ ਬਣਾਇਆ ਗਿਆ ਸੀ, ਨਾ ਹੀ ਕਿਸੇ ਵੀ ਤਰ੍ਹਾਂ ਦਾ ਹੋਰ ਆਰਟੀਫੀਸ਼ੀਅਲ ਪ੍ਰੋਡਕਟ ਬਣਾਇਆ ਗਿਆ ਸੀ ਜਿਹਦੇ ਨਾਲ ਅਸੀਂ ਆਪਣੀ ਪਿਆਸ ਦੂਰ ਕਰੀਏ। ਸੱਚ। ਸਾਡੀ ਪਿਆਸ ਦੇ ਲਈ ਖੁਦਾ ਨੇ ਪਾਣੀ ਬਣਾਇਆ ਸੀ। ਆਮੇਨ। ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਲਡ ਡਰਿੰਕ ਪੀਂਦੇ ਰਹੀਏ, ਕਦੇ ਵੀ ਸੈਟੀਸਫਾਈ ਨਹੀਂ ਹੋਵਾਂਗੇ। ਫਿਰ ਵੀ ਦਿਲ ਕਰਦਾ ਰਹਿਣਾ ਆ ਕਿ ਇੱਕ ਗਲਾਸ ਪਾਣੀ ਦਾ ਮਿਲ ਹੀ ਜਾਵੇ। ਬਿਲਕੁਲ ਸੱਚ ਹੈ। God bless you। ਸਰੀਰਕ ਜ਼ਰੂਰਤਾਂ ਦੀ ਤ੍ਰਿਪਤੀ ਦੇ ਲਈ ਖੁਦਾਵੰ ਨੇ ਇੰਤਜ਼ਾਮ ਕੀਤਾ। ਉਹਨੇ ਰੋਟੀ ਦਾ ਇੰਤਜ਼ਾਮ ਕੀਤਾ, ਚਾਵਲ ਦਾ, ਗੋਭੀ ਦਾ, ਪਿਆਜ਼, ਲਸਣ, ਟਮਾਟਰ, ਸਾਰੀਆਂ ਚੀਜ਼ਾਂ ਉਹਦੀ ਰਚਨਾ ਆ। ਸੱਚ। ਅਸੀਂ ਉਹ ਖਾ ਕੇ ਤ੍ਰਿਪਤ ਹੁੰਦੇ ਆ ਆਮੇਨ। ਕਿਉਂਕਿ ਸਾਡੇ ਜਿਸਮ ਦੇ ਅੰਦਰ ਭੁੱਖ ਹੈ ਅਤੇ ਪਿਆਸ ਹੈ। ਸੱਚ ਹੈ। ਤੇ ਉਸ ਪਿਆਸ ਨੂੰ ਤੇ ਭੁੱਖ ਨੂੰ ਦੂਰ ਕਰਨ ਲਈ ਅਸੀਂ, ਚਾਹੇ ਉਹ ਚਾਈਨੀਜ਼ ਫੂਡ ਹੋਵੇ, ਚਾਹੇ ਈਰਾਨੀ ਫੂਡ ਹੋਵੇ, ਚਾਹੇ ਕਿਸੇ ਵੀ ਤਰ੍ਹਾਂ ਦਾ ਫੂਡ ਹੋਵੇ, ਚਾਹੇ ਉਹ ਸਾਊਥ ਇੰਡੀਅਨ ਹੋਵੇ, ਅਸੀਂ ਥੋੜੇ ਦੇਰ ਦੇ ਲਈ ਆਪਣਾ ਪੇਟ ਭਰ ਸਕਦੇ ਹਾਂ, ਪਰ ਤਸੱਲੀ ਨਹੀਂ ਹੁੰਦੀ ਜਦ ਤੱਕ ਅਸੀਂ ਅਸਲੀ ਰੋਟੀ ਨਹੀਂ ਖਾਂਦੇ। God bless you। ਸੱਚ। ਤੋ ਸੇਮ ਵੇ ਆਤਮਾ ਦੇ ਬਾਰੇ ਚ ਸੋਚੋ। ਆਮੇਨ। ਜੇਕਰ ਜਿਸਮ ਦੀ ਜ਼ਰੂਰਤ ਦੇ ਲਈ ਜਿਸਮ ਨੂੰ ਭੁੱਖ ਲੱਗਦੀ, ਪਿਆਸ ਲੱਗਦੀ ਆ, ਉਸੇ ਤਰ੍ਹਾਂ ਸਾਡੇ ਆਤਮਾ ਨੂੰ ਵੀ ਭੁੱਖ ਲੱਗਦੀ ਹੈ ਤੇ ਉਹਨੂੰ ਪਿਆਸ ਵੀ ਲੱਗਦੀ ਆ। ਆਮੇਨ। ਹੁਣ ਜੇਕਰ ਆਤਮਾ ਨੂੰ ਭੁੱਖ ਲੱਗਦੀ ਆ ਤੇ ਤੁਸੀਂ ਕਦੇ ਵੀ ਉਹਨੂੰ ਪਰੌਂਠੇ ਨਹੀਂ ਖਵਾ ਸਕਦੇ। ਸੱਚ ਹੈ। ਆਤਮਾ ਲਈ ਪਰੌਂਠੇ ਨਹੀਂ ਹੈਗੇ। ਭੈਣੋ ਸਹੀ ਹੈ? ਆਤਮਾ ਲਈ ਪਰੌਂਠੇ ਨਹੀਂ ਹੈ। ਆਤਮਾ ਲਈ ਤੜਕੇ ਵਾਲੇ ਉਬਲੇ ਹੋਏ ਜਾਂ ਕਿਸੇ ਵੀ ਤਰ੍ਹਾਂ ਦੇ ਚਾਵਲ ਨਹੀਂ ਹੈ। ਸੱਚ ਹੈ। ਉਹਦੇ ਲਈ ਵੈਜ ਨੌਨ ਵੈਜ ਕੁਝ ਨਹੀਂ ਹੈ ਸੱਚ ਹੈ। ਜੋ ਅਸੀਂ ਕਿਚਨ ਦੇ ਵਿੱਚ ਪਕਾਉਂਦੇ ਹਾਂ। ਉਹਦੇ ਲਈ ਉਹੀ ਚੀਜ਼ ਆ ਜੋ ਖੁਦਾ ਨੇ ਰੱਖੀ ਸੀ। ਆਮੇਨ। ਆਤਮਾ ਦੀ ਭੁੱਖ ਨੂੰ ਦੂਰ ਕਰਨ ਲਈ ਖੁਦਾ ਨੇ ਜਿਉਂਦਾ ਵਚਨ ਰੱਖਿਆ। ਆਮੇਨ। ਸੱਚ ਹੈ। ਤੇ ਆਤਮਾ ਦੀ ਪਿਆਸ ਨੂੰ ਦੂਰ ਕਰਨ ਲਈ ਵੀ ਉਹਨੇ ਵਚਨ ਹੀ ਰੱਖਿਆ ਸੀਗਾ। ਆਮੇਨ। ਸੱਚ ਹੈ। ਕੋਈ ਬੰਦਾ ਕਹਿ ਨਹੀਂ ਸਕਦਾ ਕਿ ਅੱਜ ਮੇਰਾ ਆਤਮਾ ਪਿਆਸਾ ਤੇ ਚਲੋ ਮੈਂ ਕੋਈ ਕਥਾ ਸੁਣ ਲਵਾਂ, ਚਲੋ ਕੋਈ ਕਹਾਣੀ ਸੁਣ ਲੈਂਦੇ ਆ, ਚਲੋ ਕਿਸੇ ਦੇ ਪ੍ਰਵਚਨ ਸੁਣ ਲੈਂਦੇ ਆ। ਨਹੀਂ ਤ੍ਰਿਪਤ ਹੋਣਾ। ਦੁਨੀਆ 'ਚ ਪਿਆਸੀ ਮਰ ਕਿਉਂ ਰਹੀ ਹੈ? ਕਿਉਂਕਿ ਲੋਕਾਂ ਨੇ ਆਪਣਾ ਮਨ ਕਹਾਣੀਆਂ ਤੇ ਲਗਾਇਆ ਹੋਇਆ। ਪਰ ਅਸਲੀ ਚੀਜ਼ ਜਿਹੜੀ ਪਿਆਸ ਨੂੰ ਦੂਰ ਕਰਦੀ ਆ ਉਹ ਵਾ ਪ੍ਰਭੂ ਦਾ ਜਿਉਂਦਾ ਵਚਨ। ਆਮੇਨ। ਦਾਊਦ ਕਹਿੰਦਾ ਜਿਵੇਂ ਹਿਰਨੀ ਜਲਦੀਆਂ ਨਦੀਆਂ ਲਈ ਪਿਆਸੀ ਆ, ਤਿਵੇਂ ਮੈਂ ਯਹੋਵਾ ਆਪਣੇ ਖੁਦਾ ਦਾ ਪਿਆਸਾ ਹਾਂ। ਸੱਚ। ਆਮੇਨ। ਦਾਊਦ ਰਾਜਾ ਆ, ਰਾਜੇ ਦੇ ਘਰ ਵਿੱਚ ਕੀ ਨਹੀਂ ਹੋਵੇਗਾ? ਸਭ ਕੁਝ। ਇੱਕ ਆਮ ਨੌਕਰੀ ਪੇਸ਼ੇ ਵਾਲਾ ਬੰਦਾ ਆਪਣੇ ਘਰ 'ਚ ਹਰ ਤਰ੍ਹਾਂ ਦਾ ਇੰਤਜ਼ਾਮ ਕਰਕੇ ਰੱਖਦਾ। ਦਾਊਦ ਰਾਜਾ ਆ, ਉਹਦੇ ਘਰ 'ਚ ਕੀ ਨਹੀਂ ਹੋਵੇਗਾ?
ਰਹਿਣ ਸਹਿਣ ਦੇ ਲਈ ਟੌਪ ਦੇ ਪ੍ਰਬੰਧ ਹੋਣਗੇ, सच है ਖਾਣ ਪੀਣ ਦੇ ਲਈ ਟੌਪ ਦੇ ਪ੍ਰਬੰਧ ਹੋਣਗੇ। सच ਪਰ ਫਿਰ ਵੀ ਇੱਕ ਰਾਜਾ ਹੋਣ ਦੇ ਨਾਤੇ ਵੀ ਉਹ ਕਹਿ ਰਿਹਾ ਆ ਕਿ ਜਿਵੇਂ ਹਿਰਨੀ ਜਲ ਦੀਆਂ ਨਦੀਆਂ ਲਈ ਪਿਆਸੀ ਆ, ਤਿਵੇਂ ਮੈਂ ਯਹੋਵਾ ਆਪਣੇ ਖੁਦਾ ਦਾ ਪਿਆਸਾ ਹਾਂ। सच है ਇਹਦਾ ਮਤਲਬ ਧਰਤੀ ਦੀਆਂ ਵਸਤਾਂ ਇੱਕ ਰਾਜੇ ਦੀ ਪਿਆਸ ਨੂੰ ਬੁਝਾ ਨਹੀਂ ਸਕੀਆਂ। सच है ग्लोरी टू गॉड ਧਰਤੀ ਦੇ ਇੰਤਜ਼ਾਮ, ਧਰਤੀ ਦੇ ਰੁਤਬੇ ਉਹਦੀ ਪਿਆਸ ਨੂੰ ਬੁਝਾ ਨਹੀਂ ਸਕੇ। ਸੱਚ। ਪਿਆਸ ਨੂੰ ਬੁਝਾਉਣ ਲਈ ਉਹ ਕਹਿੰਦਾ ਖੁਦਾਵੰਦ ਦੀ ਉਪਸਥਿਤੀ 'ਚ ਜਾਣਾ ਆਮੀਨ। ਜ਼ਰੂਰੀ ਹੈ, ਸੱਚ। ਖੁਦਾਵੰਦ ਦੇ ਵਚਨ ਨੂੰ ਪੂਰਾ ਕਰਨਾ ਜ਼ਰੂਰੀ ਹੈ। आमीन ਹਾਲੇਲੂਇਆ, हालेलुया ਖੁਦਾਵੰਦ ਬਰਕਤ ਦੇ। ਤਾਂ ਆਮੀਨ। ਅੱਜ ਮੈਂ ਤੁਹਾਡੇ ਸਾਹਮਣੇ ਇੱਕ ਆਇਤ ਪੜ੍ਹੀ ਹੈ गॉड ब्लेस यू ਔਰ ਇਹ ਆਇਤ ਕਹਿ ਰਹੀ ਹੈ ਕਿ ਤੂੰ ਮਿਸਰ ਦੇ ਵਿੱਚੋਂ ਇੱਕ ਦਾਖ ਦੀ ਵੇਲ ਨੂੰ ਪੁੱਟ ਲਿਆਇਆ। यस ਪੰਜਾਬੀ 'ਚ ਇਦਾਂ ਲਿਖਿਆ, ਕੋਈ ਪੜ੍ਹ ਸਕਦਾ ਪੰਜਾਬੀ 'ਚ? ਤੂੰ ਮਿਸਰ ਤੋਂ ਇੱਕ ਦਾਗ ਦੀ ਵੇਲ ਨੂੰ ਕੱਢ ਲਿਆਇਆ ਹਾਂ, ਤੇ ਪਰਾਈਆਂ ਕੌਮਾਂ ਨੂੰ ਬਾਹਰ ਕੱਢ ਦਿੱਤਾ ਅਤੇ ਉਸ ਨੂੰ ਲਾਇਆ। ਮਿਸਰ ਦੇ ਵਿੱਚੋਂ ਇੱਕ ਦਾਖ ਦੀ ਵੇਲ ਪੁੱਟੀ ਗਈ। आमीन ਔਰ ਇਹ ਦਾਖ ਦੀ ਵੇਲ ਕੌਣ ਹੈ? ਇਜ਼ਰਾਈਲੀ ਕੌਮ, ਆਮੇਨ। ਅਬਰਾਹਮ ਦੇ ਲੋਕ, आमीन आमीन ਜੋ ਕਿ ਮਿਸਰ ਦੇ ਵਿੱਚ 70 ਪ੍ਰਾਣੀ ਗਏ ਸੀ। ਔਰ ਜਦੋਂ ਉੱਥੇ ਮਿਸਰ ਦੇ ਵਿੱਚ ਉਹ ਰਹਿ ਰਹੇ ਸਨ ਯੂਸਫ ਦੇ ਦਿਨਾਂ ਵਿੱਚ, सच ਤੇ ਉਹ ਵੱਧ ਕੇ ਔਰ ਜਦੋਂ ਉਹਨਾਂ ਨੇ ਮਲਟੀਪਲਾਈ ਕੀਤਾ ਆਪਣੇ ਆਪ ਨੂੰ, ਤਾਂ ਉਹ ਤਕਰੀਬਨ 20 ਲੱਖ ਦੀ ਭੀੜ ਹੋ ਚੁੱਕੀ सच ਸੀ। आमीन आमीन गॉड ब्लेस यू ਲੇਕਿਨ ਉਹ ਗੁਲਾਮ ਸਨ, सच ਮਿਸਰ ਦੇ ਵਿੱਚ ਉਹ ਗੁਲਾਮ ਸਨ। ਔਰ ਨਬੀ ਨੇ ਸਮਝਾਇਆ ਉਹ ਗੁਲਾਮੀ ਇੱਕ ਗਮਲੇ ਦੇ ਸਮਾਨ ਸੀ। ਉਹ ਗੁਲਾਮੀ ਇੱਕ गमले ਗਮਲੇ ਦੇ ਸਮਾਨ ਸੀ। ਹੁਣ ਇੱਕ ਬੂਟਾ ਜ਼ਮੀਨ 'ਚ ਲੱਗਾ ਹੁੰਦਾ ਹੈ ਤੇ ਇੱਕ ਬੂਟਾ ਗਮਲੇ 'ਚ ਲੱਗਾ ਹੁੰਦਾ ਹੈ। ਜ਼ਿਆਦਾ ਵਧੀਆ ਤਰ੍ਹਾਂ ਕੌਣ ਪਲੇਗਾ? जेड़ा जमीन च लगे ਜਿਹੜਾ ਜ਼ਮੀਨ ਦੇ ਵਿੱਚ ਲੱਗਾ। यस ਪਰ ਜਿਹੜਾ ਗਮਲੇ 'ਚ ਲੱਗਾ ਉਹ ਕਿਉਂ ਨਹੀਂ ਵਧੀਆ ਪਲੇਗਾ? ਕੋਈ ਦੱਸ ਸਕਦਾ ਕਿਉਂ? ਕਿਉਂਕਿ ਉਹਦੀਆਂ ਜੜ੍ਹਾਂ ਇੱਕ ਕਾਬੂ ਦੇ ਵਿੱਚ ਨੇ सच है गॉड ब्लेस यू ਔਰ ਉਹਦੇ ਦੁਆਲੇ ਇੱਕ ਘੇਰਾ ਬਣਿਆ ਹੋਇਆ ਆ। ਘੇਰਾ ਹੋਣ ਕਰਕੇ ਉਹ ਆਪਣੀਆਂ ਜੜ੍ਹਾਂ ਜ਼ਮੀਨ 'ਚ ਨਹੀਂ ਫੈਲਾ ਸਕਦਾ। लिमिटेड है ਜੜ੍ਹਾਂ ਨਹੀਂ ਫੈਲਾ ਸਕਦਾ, ਉਹ ਲਿਮਿਟਿਡ ਹੈ, ਉਹ ਕਾਬੂ ਵਿੱਚ ਹੈ ਤੇ ਆਪਣੀ ਮਨ ਮਰਜ਼ੀ ਨਾਲ ਪਾਣੀ ਵੀ ਨਹੀਂ ਪੀ ਸਕਦਾ। सच है सच ਇੱਕ ਪੌਦੇ ਦਾ ਜੀਵਨ ਕਿੱਥੋਂ ਆਉਂਦਾ ਹੈ? ਜ਼ਮੀਨ 'ਚੋਂ। जमीन ਜੇਕਰ ਉਹਨੇ ਆਪਣਾ ਛਿਲਕਾ ਮਜ਼ਬੂਤ ਕਰਨਾ ਤੇ ਉਹਦੇ ਛਿਲਕੇ ਦੀ ਮਜ਼ਬੂਤੀ ਕਿੱਥੇ ਆ? जमीन ਜ਼ਮੀਨ 'ਚ। ਜੇ ਉਹਨੇ ਆਪਣੀਆਂ ਟਾਹਣੀਆਂ ਨੂੰ ਹਰਾ ਰੱਖਣਾ ਤੇ ਟਾਹਣੀਆਂ ਦੀ ਹਰਿਆਲੀ ਕਿੱਥੇ ਆ? ਜ਼ਮੀਨ 'ਚ। सच है ਪਰ ਜੇਕਰ ਕੋਈ ਪੌਦਾ ਗਮਲੇ 'ਚ ਲਾ ਦਿੱਤਾ ਆ ਤਾਂ ਉਹ ਕਦੇ ਵੀ ਪ੍ਰੋਪਰ ਪਾਣੀ ਨਹੀਂ ਪੀ ਪਾਏਗਾ सच है सच ਔਰ ਉਹ ਆਪਣੀ ਪ੍ਰੋਪਰ ਖੁਰਾਕ ਨਹੀਂ ਲੈ ਪਾਏਗਾ ਕਿਉਂਕਿ ਉਹ ਇੱਕ ਗਮਲੇ ਦੇ ਵਿੱਚ ਆ। सच ਸਮਝੇ ਭੈਣੋ? ਤੋ ਜਦੋਂ ਇਜ਼ਰਾਈਲੀ ਮਿਸਰ ਦੇ ਗਮਲੇ ਵਿੱਚ ਸਨ, ਉਹ ਸੁੱਕਦੇ ਜਾ ਰਹੇ ਸੀ। सच है सच ਆਤਮਿਕ ਤੌਰ ਤੇ ਉਹ सुख दे जाए ਪਿਆਸ ਹੈ ਸੀ ਉਹਨਾਂ ਦੇ ਅੰਦਰ। ਇਸੇ ਕਰਕੇ ਬਾਈਬਲ ਦੱਸਦੀ ਹੈ ਉਹ ਪੁਕਾਰਦੇ ਸੀ ਖੁਦਾ ਨੂੰ। सच है ਅਮਰਾਮ ਅਤੇ ਜੋਕਬਦ ਯਹੋਵਾ ਖੁਦਾ ਨੂੰ ਪੁਕਾਰਦੇ ਸੀ। ਇਹਦਾ ਮਤਲਬ ਅੰਦਰ ਪਿਆਸ ਹੈ ਸੀ, ਪਰ ਗਮਲੇ ਨੇ ਉਹਨਾਂ ਨੂੰ ਕਾਬੂ ਕੀਤਾ ਹੋਇਆ ਸੀ, ਜਿਹਦੀ ਵਜ੍ਹਾ ਕਰਕੇ ਉਹ ਆਪਣੀਆਂ ਜੜ੍ਹਾਂ ਨਹੀਂ ਸੀ ਫੈਲਾ ਸਕਦੇ। ਇਸ ਕਰਕੇ ਖੁਦਾਵੰ ਨੇ ਉਹਨਾਂ ਨੂੰ ਪ੍ਰਫੁੱਲਤ ਕਰਨ ਲਈ, ਆਮੀਨ। ਹਰਿਆ ਭਰਿਆ ਰੱਖਣ ਲਈ, Praise the Lord। ਫਲਦਾਰ ਬਣਾਉਣ ਲਈ Glory। ਸਭ ਤੋਂ ਪਹਿਲਾਂ ਗਮਲਾ ਤੋੜ ਦਿੱਤਾ। Praise the Lord। ਸਭ ਤੋਂ Glory। ਪਹਿਲਾਂ ਕੀ ਕੀਤਾ ਖੁਦਾਵੰ ਨੇ? गमला तोड़ दिया ਗਮਲਾ ਤੋੜ ਦਿੱਤਾ ਤੇ ਆਮੀਨ। ਫਿਰ ਉਸ ਦਾਖ ਨੂੰ ਉਥੋਂ ਪੱਟ ਲਿਆਇਆ। ਆਮੀਨ, ਔਰ ਜਦੋਂ ਆਮੀਨ। ਗਮਲੇ ਚੋਂ ਕੱਢੀ ਗਈ, ਉਹਦੇ ਲਈ ਇੱਕ ਜ਼ਮੀਨ ਰੱਖੀ ਸੀ ਆਮੀਨ। ਖੁਦਾਵੰ ਨੇ, ਕਨਾਨ ਦੀ ਧਰਤੀ, ਆਮੀਨ, ਜਿਹਨੂੰ ਅੱਜ ਆਮੀਨ। ਦੀ ਭਾਸ਼ਾ ਵਿੱਚ ਇਜ਼ਰਾਈਲ ਆਖਿਆ ਜਾਂਦਾ। ਧੰਨਵਾਦ। ਔਰ ਜਦੋਂ ਖੁਦਾਵੰ ਨੇ ਉਹਨਾਂ ਨੂੰ ਮਿਸਰ ਚੋਂ ਪੱਟ ਕੇ ਕਨਾਨ ਵਿੱਚ ਲਗਾਇਆ ਤੇ ਲਿਖਿਆ ਹੋਇਆ ਆ, ਉਹਨੇ ਪਰਾਈਆਂ ਕੌਮਾਂ ਨੂੰ ਕੱਢ ਕੇ ਉਹਨਾਂ ਨੂੰ ਲਗਾਇਆ ਅਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੀਆਂ ਜੜ੍ਹਾਂ ਫੈਲਾਈਆਂ ਆਮੀਨ, ਤੇ ਆਮੀਨ। ਫਿਰ ਉਹਨਾਂ ਨੇ ਫਲਣਾ ਅਤੇ ਵਧਣਾ ਸ਼ੁਰੂ Praise the ਕੀਤਾ। Lord। ਕਿੱਦਾਂ ਲਿਖਿਆ ਹੋਇਆ ਆ? ਉਹਨੇ ਪਰਾਈਆਂ ਕੌਮਾਂ ਨੂੰ ਕੱਢ ਕੇ ਉਹਨਾਂ ਨੂੰ ਲਾਇਆ। ਮੈਂ ਉਸ ਦੇ ਲਈ ਥਾਂ ਤਿਆਰ ਕੀਤਾ ਉਹਦੇ ਲਈ ਥਾਂ ਤਿਆਰ ਕੀਤਾ आमीन ਨੇ ਡੂੰਗੀ ਜੜ ਫੜੀ ਤੇ ਵੱਧ ਕੇ- ਪਹਿਲਾਂ ਗਮਲੇ ਵਿੱਚ ਸੀ, ਬਾਅਦ ਵਿੱਚ ਉਹਨੇ ਡੂੰਘੀ ਜੜ੍ਹ ਡੂੰਗੀ ਜੜ ਫੜੀ। ਆਮੀਨ। ਹਾਂਜੀ, ਤੇ ਵੱਧ ਕੇ ਦੇਸ਼ ਨੂੰ ਭਰ ਦਿੱਤਾ ਤੇ ਵੱਧ ਕੇ ਦੇਸ਼ ਨੂੰ ਭਰ ਦਿੱਤਾ। आमीन सच है ਇਹ ਆ ਇਜ਼ਰਾਈਲ ਦੀ ਤਸਵੀਰ। Praise ਪਹਿਲਾਂ ਉਹ ਮਿਸਰ ਵਿੱਚ ਸਨ, ਕਾਬੂ ਵਿੱਚ ਸਨ, ਸਫਲ ਨਹੀਂ ਸਨ, गुलामी च ਗੁਲਾਮੀ 'ਚ ਸੀਗੇ, आमीन सच है ਹਰੇ ਭਰੇ ਨਹੀਂ ਸਨ। ਲਿਖਿਆ ਉਹਨਾਂ ਦੀ ਇੰਨੀ ਮਾੜੀ ਹਾਲਤ ਸੀ ਕਿ ਉਹਨਾਂ ਨੂੰ ਬਾਸੀਆਂ ਰੋਟੀਆਂ ਖਾਣੀਆਂ ਪੈਂਦੀਆਂ ਸੀ। सच है ਗੁਲਾਮੀ ਦੀ ਰੋਟੀ ਕਦੇ ਵੀ ਖੁਸ਼ਹਾਲੀ ਦੀ ਰੋਟੀ ਨਹੀਂ ਹੁੰਦੀ। सच ਉਹ ਪਸੀਨੇ ਬਹਾਉਂਦੇ ਸੀ, ਇੱਟਾਂ ਬਣਾਉਂਦੇ ਸੀ, ਲੇਕਿਨ ਕਦੇ ਵੀ ਘਰ ਦੇ ਵਿੱਚ ਖੁਸ਼ ਨਹੀਂ ਸੀਗੇ। सच है
ਖੁਦਾ ਨੇ ਉਹਨਾਂ ਦਾ ਰੋਣਾ, ਚੀਕਾਂ ਚਹਾੜਾਂ ਸੁਣੀਆਂ ਅਤੇ ਉਹਨਾਂ ਨੂੰ ਮਿਸਰ ਦੇ ਵਿੱਚੋਂ ਕੱਢ ਲਿਆਇਆ ਅਤੇ ਲਿਆ ਕੇ ਕਨਾਨ ਦੀ ਧਰਤੀ ਵਿੱਚ ਲਾਇਆ। ਇਹਦਾ ਮਤਲਬ ਕਨਾਨ ਦੀ ਧਰਤੀ ਉਹਨਾਂ ਲਈ ਪਰਫੈਕਟ ਧਰਤੀ ਸੀ, ਕਿਉਂਕਿ ਖੁਦਾਵੰਦ ਜਦੋਂ ਕਿਸੇ ਨੂੰ ਗੁਲਾਮੀ ਦੇ ਘਰ ਚੋਂ ਕੱਢਦਾ ਤੇ ਇਦਾਂ ਨਹੀਂ ਹੋ ਸਕਦਾ ਕਿ ਕਿਸੇ ਵੀ ਜਗ੍ਹਾ ਤੇ ਲਗਾ ਦੇਵੇ। ਖੁਦਾ ਇੱਕ ਹਮੇਸ਼ਾ ਢੁਕਵੀਂ ਜਗ੍ਹਾ ਤੇ ਲਾਉਂਦਾ ਹੈ। ਖੁਦਾਵੰਦ ਹਮੇਸ਼ਾ ਢੁਕਵੇਂ ਸਥਾਨ ਉੱਤੇ ਲਾਉਂਦਾ ਜਿਹੜਾ ਵਾਕਈ ਉਸ ਪੌਦੇ ਦੇ ਲਈ ਸਹੀ ਹੈ। ਮੰਨ ਲਓ ਕਿ ਤੁਸੀਂ ਜਾਓ ਇੱਥੇ ਜਿੱਥੋਂ ਬਗੀਚੇ ਪੌਦੇ ਵਗੈਰਾ ਮਿਲਦੇ ਨੇ, ਨਰਸਰੀ 'ਚ ਜਾਓ, ਨਰਸਰੀ 'ਚ ਜਾਓ, ਉਥੋਂ ਕੁਝ ਪੌਦੇ ਖਰੀਦ ਕੇ ਲਿਆਓ। ਕੀ ਤੁਸੀਂ ਉਹਨੂੰ ਢੁਕਵੇਂ ਸਥਾਨ ਤੇ ਲਾਓਗੇ ਜਾਂ ਗੈਰ ਢੁਕਵੇਂ ਸਥਾਨ ਤੇ ਲਾਓਗੇ? ਹਾਂ, ਕਦੇ ਹੋ ਸਕਦਾ ਕਿ ਚਲੋ ਇੱਕ ਪੌਦਾ ਵਧੀਆ, ਵੇਲ ਜੀ ਵਧੀਆ ਲਿਆਂਦੀ ਆ, ਇਹਨੂੰ ਫ੍ਰਿਜ ਤੇ ਲਾ ਦਿੰਦੇ ਆ, ਇਹਨੂੰ ਕੂਲਰ ਤੇ ਲਾ ਦਿੰਦੇ ਆ, ਇਹਨੂੰ ਸੋਫੇ ਤੇ ਲਾ ਦਿੰਦੇ ਆ। ਤੁਹਾਡੀ ਕਾਮਨ ਸੈਂਸ ਕਹਿੰਦੀ ਆ ਕਿ ਨਹੀਂ, ਸੋਫਾ ਪੌਦੇ ਦਾ ਸਥਾਨ ਨਹੀਂ ਹੈ, ਫ੍ਰਿਜ ਪੌਦੇ ਦਾ ਸਥਾਨ ਨਹੀਂ। ਤੁਸੀਂ ਹਮੇਸ਼ਾ ਘਰ ਦੇ ਅੰਦਰ ਢੁਕਵਾਂ ਸਥਾਨ ਵੇਖੋਗੇ ਜਿੱਥੇ ਵਾਕਈ ਪੌਦਾ ਪਲ ਸਕਦਾ, ਵੱਡਾ ਹੋ ਸਕਦਾ ਤੇ ਫਲ ਲਿਆ ਸਕਦਾ ਹੈ। ਤੁਸੀਂ ਐਸਾ ਹੀ ਸਥਾਨ ਲੱਭੋਗੇ। ਜਦੋਂ ਖੁਦਾਵੰਦ ਉਹਨਾਂ ਨੂੰ ਮਿਸਰ ਚੋਂ ਕੱਢ ਕੇ ਲਿਆਇਆ ਤੇ ਉਹਨੇ ਉਹਨਾਂ ਨੂੰ ਰਾਸਤੇ ਵਿੱਚ ਮੁਆਬ ਦੀ ਧਰਤੀ ਤੇ ਨਹੀਂ ਲਾਇਆ, ਅਮਾਲੇਕੀਆਂ ਵਿੱਚ ਨਹੀਂ ਲਾਇਆ, ਕਿਸੇ ਵੀ ਹੋਰ ਕੌਮ ਵਿੱਚ ਉਹਨਾਂ ਨੂੰ ਫਿੱਟ ਨਹੀਂ ਕੀਤਾ। ਉਹਨਾਂ ਨੂੰ ਸਹੀ ਸਥਾਨ ਤੇ ਲਿਆਇਆ ਤਾਂ ਕਿ ਉਹ ਉੱਥੇ ਲੱਗ ਕੇ ਜੜ੍ਹਾਂ ਫੈਲਾਉਣ ਅਤੇ ਫਲਦਾਰ ਹੋਣ। ਆਮੀਨ। ਤੋ ਅੱਜ ਮੈਂ ਤੁਹਾਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਹਾਂ। ਸੰਦੇਸ਼ ਇਹ ਆ ਕਿ ਜਿਸ ਤਰ੍ਹਾਂ ਪੁਰਾਣੇ ਨੇਮ ਦੇ ਅੰਦਰ ਉਹ ਮਿਸਰ ਇੱਕ ਕੈਦ ਬਣਿਆ ਹੋਇਆ ਸੀ ਇਜ਼ਰਾਈਲੀ ਲੋਕਾਂ ਲਈ, ਅੱਜ ਪੂਰਾ ਵਿਸ਼ਵ ਮਿਸਰ ਆ। ਅੱਜ ਪੂਰਾ ਵਿਸ਼ਵ ਮਿਸਰ ਆ, ਕਿਉਂਕਿ ਮਿਸਰ ਦੇ ਅੰਦਰ ਉਹਨਾਂ ਤੇ ਦਬਾਅ ਸੀ ਝੂਠੀ ਭਗਤੀ ਕਰਨ ਦਾ ਅਤੇ ਆਜ਼ਾਦੀ ਵਾਲੀ ਜ਼ਿੰਦਗੀ ਨਾ ਜੀਣ ਦਾ। ਅੱਜ ਦੁਨੀਆ ਗੁਲਾਮੀ ਦੇ ਵਿੱਚ ਰਹਿ ਰਹੀ ਹੈ। ਕਹਿੰਦੇ ਸੀ ਅਸੀਂ ਆਜ਼ਾਦ ਹੋ ਗਏ ਸੀ, 1947 ਦੇ ਵਿੱਚ ਅਸੀਂ ਆਜ਼ਾਦ ਹੋ ਗਏ ਸੀ, ਜਦ ਕਿ ਨਹੀਂ ਆਜ਼ਾਦ ਹੋਏ। ਇੰਡੀਆ ਕਮਿਊਨਿਸਟਵਾਦ ਦੇ ਕਾਬੂ 'ਚ ਚਲਾ ਗਿਆ ਸੀ। ਉਹ ਗੁਲਾਮ ਹੀ ਸੀਗਾ, ਅੱਜ ਵੀ ਗੁਲਾਮ ਆ। ਤੁਸੀਂ ਦੇਖੋ ਕਿ ਦੇਸ਼ ਦੇ ਜਿਹੜੇ ਪ੍ਰਧਾਨ ਲੋਕ ਨੇ, ਕੋਈ ਵੀ ਆਪਣੇ ਆਪ ਫੈਸਲਾ ਨਹੀਂ ਕਰ ਸਕਦੇ। ਇਹਦਾ ਨਾ ਆਜ਼ਾਦੀ ਕਾਹਦੀ, ਕੋਈ ਵੀ ਨਹੀਂ ਆ। ਅੰਗਰੇਜ਼ਾਂ ਤੋਂ ਜੇਕਰ ਆਜ਼ਾਦ ਹੋਏ ਤੇ ਉਹ ਕਮਿਊਨਿਸਟ ਦੇ ਵਾਦ ਦੇ ਕਾਬੂ 'ਚ ਆ ਗਏ, ਭਾਵੇਂ ਉਹ RSS ਦੇ ਰੂਪ 'ਚ ਚਾਹੇ ਕਿਸੇ ਵੀ ਦਲ ਦੇ ਰੂਪ ਵਿੱਚ। ਹੈਗੇ ਲੋਕ ਅੱਜ ਵੀ ਕਾਬੂ 'ਚ ਨੇ। ਲੇਕਿਨ ਜੇਕਰ ਮਨੁੱਖ ਖੁਦਾਵੰਦ ਦਾ ਪੌਦਾ ਆ, ਆਮੀਨ, ਤੇ ਉਹ ਅੱਜ ਵੀ ਲੋਕਾਂ ਨੂੰ ਇਹਨਾਂ ਗੁਲਾਮੀ ਦੇ ਦੇਸ਼ਾਂ ਵਿੱਚੋਂ, ਗੁਲਾਮੀ ਦੇ ਘਰਾਂ ਵਿੱਚੋਂ ਆਜ਼ਾਦ ਕਰਨਾ ਚਾਹੁੰਦਾ। ਆਮੀਨ। ਸੱਚ। ਅੱਜ ਫਿਰ ਉਹਦੀ ਇੱਛਾ ਇਹੀ ਆ ਕਿ ਇਹ ਪੌਦੇ ਜਿਹੜੇ ਗਮਲਿਆਂ ਵਿੱਚ ਰਹਿ ਰਹੇ ਨੇ, ਮਨਮਾਨੀ ਦੀ ਭਗਤੀ ਵੀ ਇੱਕ ਗਮਲਾ ਆ, ਮਨ ਮਰਜ਼ੀ ਦਾ ਜੀਵਨ ਵੀ ਇੱਕ ਗਮਲਾ ਆ। ਔਰ ਜਦ ਤੱਕ ਇੱਕ ਪੌਦਾ ਗਮਲੇ ਵਿੱਚ ਆ ਤਦ ਤੱਕ ਉਹ ਕਦੇ ਵੀ ਫਲਦਾਰ ਨਹੀਂ ਹੋ ਸਕਦਾ। ਤੁਹਾਡੀ ਜ਼ਿੰਦਗੀ ਜੇਕਰ ਦੁਨਿਆਵੀ ਕੰਮਾਂ ਦੇ ਨਾਲ ਗ੍ਰਸਤ ਆ, ਦੁਨਿਆਵੀ ਵਿਸ਼ਿਆਂ ਦੇ ਕਾਬੂ ਵਿੱਚ ਆ, ਤਾਂ ਤੁਸੀਂ ਇੱਕ ਗਮਲੇ ਵਿੱਚ ਹੋ। ਸੱਚ ਹੈ। ਗੋਡ ਬlesਸ ਬ੍ਰਦਰ, ਬਿਲਕੁਲ ਸੱਚ। ਗਮਲੇ ਵਿੱਚ ਰਹਿ ਕੇ ਤੁਸੀਂ ਵਚਨ ਦਾ ਪਾਣੀ ਨਹੀਂ ਪੀ ਸਕੋਗੇ। ਸੱਚ ਹੈ। ਗਮਲੇ ਵਿੱਚ ਰਹਿ ਕੇ ਤੁਸੀਂ ਵਚਨ ਦੀ ਰੋਟੀ ਨਹੀਂ ਖਾ ਪਾਓਗੇ। ਇਸ ਕਰਕੇ ਅੱਜ ਸਾਰੇ ਭੈਣ ਭਰਾਵਾਂ ਨੂੰ ਜ਼ਰੂਰਤ ਆ ਕਿ ਉਹ ਆਪਣੇ ਦੁਆਲਿਓਂ ਗਮਲਾ ਤੋੜ ਲੈਣ। ਆਮੀਨ ਆਮੀਨ। ਕਰਨ ਪ੍ਰੇਜ਼ ਦ ਲਾਰਡ। ਗਮਲਾ ਤੋੜ ਲੈਣ ਤਾਂ ਕਿ ਖੁਦਾਵੰਦ ਉਹਨਾਂ ਨੂੰ ਪੁੱਟ ਕੇ ਐਸੀ ਜਗ੍ਹਾ ਤੇ ਲਾਵੇ ਜਿੱਥੇ ਉਹਨਾਂ ਦੀਆਂ ਜੜ੍ਹਾਂ ਪਾਣੀ ਖਿੱਚ ਸਕਣ ਔਰ ਪੌਦਾ ਵਧਾਉਣ ਵਾਲੇ ਤੱਤ ਖਿੱਚ ਸਕਣ। ਯੈਸ ਆਮੀਨ। ਮਰਸੀ ਲਾਰਡ। ਕਿਉਂਕਿ ਪੌਦਾ ਵਧਾਉਣ ਲਈ ਅਸਲੀ ਤੱਤ ਜਿਹੜੇ ਆ ਉਹ ਗਮਲੇ ਵਿੱਚ ਨਹੀਂ ਆ, ਉਹ ਜ਼ਮੀਨ ਦੇ ਅੰਦਰ ਆ। ਆਮੀਨ ਆਮੀਨ। ਤੋ ਇਸ ਕਰਕੇ ਹਰ ਭੈਣ, ਹਰ ਭਰਾ, ਹਰ ਬੱਚੇ ਦੀ ਜ਼ਰੂਰਤ ਆ ਕਿ ਉਹ ਗਮਲਿਆਂ ਵਿੱਚੋਂ ਬਾਹਰ ਆਉਣ, ਕਿਉਂਕਿ ਜਦ ਤੱਕ ਉਹ ਗਮਲੇ ਵਿੱਚ ਸਨ ਉਹਨਾਂ ਨੂੰ ਪ੍ਰੋਪਰ ਪਾਣੀ ਨਹੀਂ ਮਿਲਦਾ। ਜਦ ਤੱਕ ਅੱਜ ਦੁਨੀਆ ਗਮਲੇ ਵਿੱਚ ਆ ਤਦ ਤੱਕ ਉਹਨਾਂ ਨੂੰ ਪ੍ਰੋਪਰ ਪਾਣੀ ਨਹੀਂ ਮਿਲੇਗਾ। ਨਾ ਰੋਟੀ ਪ੍ਰੋਪਰ ਮਿਲੇਗੀ, ਆਤਮਿਕ ਰੋਟੀ, ਤੇ ਨਾ ਆਤਮਿਕ ਪਾਣੀ ਪ੍ਰੋਪਰ ਮਿਲੇਗਾ। ਤੋ ਤੁਹਾਨੂੰ ਪਤਾ ਆ ਕਿ ਜਿਹੜੇ ਪੌਦਿਆਂ ਨੂੰ ਪਾਣੀ ਨਹੀਂ ਮਿਲਦਾ ਉਹਨਾਂ ਦੀਆਂ ਡਾਲੀਆਂ ਇਦਾਂ ਆਕੜੀਆਂ ਹੁੰਦੀਆਂ, ਪਰ ਜਿਹੜੇ ਪੌਦਿਆਂ ਨੂੰ ਪਾਣੀ ਮਿਲਦਾ ਆ ਉਹ ਸੌਫਟ ਹੁੰਦੀਆਂ ਨੇ। ਆਮੀਨ ਆਮੀਨ। ਪ੍ਰੇਜ਼ ਦ ਲਾਰਡ। ਸੌਫਟ ਤੋਂ ਮਤਲਬ ਨਰਮ।
ਜਿਹੜੇ ਪੌਦਿਆਂ 'ਚ ਪਾਣੀ ਆ ਉਹਦੀਆਂ ਟਾਹਣੀਆਂ ਨਰਮ ਹੁੰਦੀਆਂ ਨੇ, ਪਰ ਜਿਹੜੇ ਪੌਦਿਆਂ 'ਚ ਪਾਣੀ ਨਹੀਂ ਆ ਉਹ ਸਖਤ ਟਾਹਣੀਆਂ ਹੁੰਦੀਆਂ ਨੇ। ਅੱਜ ਘਰਾਂ ਦੇ ਵਿੱਚ ਮਾਹੌਲ ਕਿਉਂ ਖਰਾਬ ਨੇ? ਕਿਉਂਕਿ ਪੌਦਿਆਂ 'ਚ ਪਾਣੀ ਨਹੀਂ ਹੈਗਾ। ਇੱਕ ਦੂਸਰੇ ਦੀ ਛਿੱਲ ਕਿਉਂ ਲਾ ਦਿੱਤੀ ਜਾਂਦੀ ਹੈ? ਇੱਕ ਦੂਸਰੇ ਦੀ ਛਿੱਲ ਕਿਉਂ ਲਾ ਦਿੱਤੀ ਜਾਂਦੀ ਹੈ? ਨਮੀ ਨਹੀਂ ਹੈਗੀ। ਕਿਉਂਕਿ ਜਿਹੜੀ ਟਾਹਣੀ ਵਿੱਚ ਨਮੀ ਹੁੰਦੀ ਆ ਉਹਨੂੰ ਐਦਾਂ ਫੋਲਡ ਕਰੋ ਨਾ। ਯੈਸ, ਫਲੈਕਸੀਬਿਲਿਟੀ। ਤੁਹਾਡੇ ਚੋਂ ਕਿੰਨੇ ਲੋਕਾਂ ਨੇ ਤੂਤ ਦੀਆਂ ਸ਼ਮਕਾਂ ਦੀਆਂ ਟੋਕਰੀਆਂ ਬਣੀਆਂ ਵੇਖੀਆਂ? ਆਮੀਨ। ਮੈਂ ਤਾਂ ਦੇਖੀਆਂ। ਤੁਹਾਡੇ ਚੋਂ ਦੇਖੀਆਂ ਤੂਤ ਦੀਆਂ ਸ਼ਮਕਾਂ? ਜਦੋਂ ਟੋਕਰੀ ਬਣਾਉਣ ਵਾਲਾ ਟੋਕਰੀ ਬਣਾਉਂਦਾ ਆ ਤੇ ਮੈਨੂੰ ਦੱਸੋ ਉਹ ਟਾਹਣੀ ਸੁਕਾ ਕੇ ਬਣਾਉਂਦਾ ਕਿ ਗਿੱਲੀ ਦੀ ਬਣਾਉਂਦਾ? ਗਿੱਲੀ ਦੀ ਬਣਦੀ ਹੈ। ਗਿੱਲੀ ਸ਼ਮਕ ਦੀ ਟੋਕਰੀ ਬਣਦੀ ਹੈ। ਸੱਚ ਹੈ, ਗॉड ਬlesਸ। ਕਿਉਂ? ਕਿਉਂਕਿ ਗਿੱਲੀ ਟਾਹਣੀ ਨੂੰ ਜਿੱਧਰ ਨੂੰ ਮਰਜ਼ੀ ਮੋੜ ਲਓ, ਮੁੜ ਜਾਂਦੀ ਹੈ, ਪਰ ਜਦੋਂ ਸੁੱਕ ਜਾਂਦੀ ਆ ਫਿਰ ਟੁੱਟ ਜਾਂਦੀ ਹੈ। ਉਦੋਂ ਉਹ ਨਾਲ ਦੀ ਨਾਲ ਹੀ ਕੜਚ ਹੋ ਜਾਂਦੀ ਆ। ਗਲੋਰੀ। ਤਾਂ ਅੱਜ ਉਹ ਜ਼ਿੰਦਗੀਆਂ ਟੁੱਟਦੀਆਂ ਨੇ, ਸੱਚ ਆ, ਵਚਨ ਦੇ ਨਾਲੋਂ ਵੀ, ਸੱਚ। ਰਿਸ਼ਤਿਆਂ ਨਾਲੋਂ ਵੀ, ਸੱਚ, ਘਰੇਲੂ ਜ਼ਿੰਦਗੀ ਵਿੱਚ ਵੀ, ਜਿਨ੍ਹਾਂ ਦੇ ਵਿੱਚ ਨਮੀ ਨਹੀਂ ਆ। ਸੱਚ ਹੈ, ਬਿਲਕੁਲ ਸੱਚ ਹੈ। ਨਮੀ ਕਿਉਂ ਨਹੀਂ ਆ? ਕਿਉਂਕਿ ਪਾਣੀ ਨਹੀਂ ਆ। ਸੱਚ ਹੈ, ਪਾਣੀ ਕਿਉਂ ਨਹੀਂ ਆ? ਕਿਉਂਕਿ ਗਮਲੇ ਵਿੱਚ ਨੇ। ਸੱਚ ਹੈ, ਜਦ ਤੱਕ ਜ਼ਿੰਦਗੀਆਂ ਗਮਲੇ ਵਿੱਚ ਨੇ ਉਹ ਆਕੜੀਆਂ ਰਹਿਣਗੀਆਂ, ਸੱਚ ਹੈ। ਭੁੱਖੀਆਂ ਵੀ ਰਹਿਣਗੀਆਂ, ਪਿਆਸੀਆਂ ਵੀ ਰਹਿਣਗੀਆਂ। ਗॉड ਬlesਸ। ਕਦੇ ਵੀ ਨਮੀ ਨਹੀਂ ਅੰਦਰ ਆ ਪਾਏਗੀ। ਇਟਲੀ ਗॉड ਬlesਸ। ਤੋ ਜੇਕਰ ਜ਼ਿੰਦਗੀਆਂ ਆਕੜੀਆਂ ਹੋਈਆਂ ਨੇ ਤੇ ਘਰਾਂ ਦੇ ਵਿੱਚ 36 ਵਜੇ ਰਹਿਣੇ ਆ। ਟਾਈਮਪੀਸ ਦਾ ਟਾਈਮ ਕਦੇ ਵੀ 36 ਨਹੀਂ ਦੱਸਦਾ, ਪਰ ਘਰਾਂ ਦੇ ਵਿੱਚ ਜਦੋਂ ਇੱਕ ਦੂਸਰੇ ਨੂੰ ਪਿੱਟ ਕਰਕੇ ਬੈਠੇ ਰਹਿੰਦੇ ਆ, ਸੱਚ ਹੈ, ਸੱਚ। ਮਤਲਬ 36 ਵਜੇ ਰਹਿੰਦੇ ਆ। ਸੱਚਾਈ ਹੈ, ਹਾਂਜੀ। गॉड ਬlesਸ। ਪਰ ਜਦੋਂ ਨਮੀ ਆ ਜਾਂਦੀ ਆ ਨਾ ਫਿਰ ਤਰੇਠ ਹੋ ਜਾਂਦਾ, ਹਾਲੇਲੂਇਆ, ਗਲੋਰੀ। ਉਲਟਾ ਹੋ ਜਾਂਦਾ। ਉਲਟਾ ਹੋ ਜਾਂਦਾ ਨਾ। ਹਾਂਜੀ, गॉड ਬlesਸ। ਕਿਉਂਕਿ ਜੇ ਇੱਥੇ ਨੋਟਸ ਬੋਰਡ ਹੁੰਦਾ ਤੇ ਮੈਂ ਕੁਝ ਨੋਟ ਕਰਕੇ ਦਿਖਾਉਂਦਾ। ਜਦੋਂ ਤੁਸੀਂ ਹਿੰਦੀ ਦੇ ਵਿੱਚ 3 ਬਣਾਉਂਦੇ ਹੋ ਤੇ ਉਹਦੀ ਬੈਕ ਇਧਰ ਨੂੰ ਹੁੰਦੀ ਆ, ਤੇ 6 ਨੂੰ ਬਣਾਉਂਦੇ ਹੋ ਤੇ ਉਹਦੀ ਬੈਕ ਇਧਰ ਨੂੰ ਹੁੰਦੀ ਆ। ਪਰ ਜਦੋਂ ਤੁਸੀਂ 36 ਨੂੰ 63 ਬਣਾ ਦਿਓ, ਇਸ ਤਰ੍ਹਾਂ ਕਰ ਲਓ। ਹਾਂਜੀ, ਮੈਂ ਵੱਡਾ ਵੱਡਾ ਬਣਾ ਦਵਾਂਗਾ। ਆਇਆ ਹਿੰਦੀ ਦਾ 3, ਸਮਝ ਗਏ? ਔਰ ਇਹ ਆ ਹਿੰਦੀ ਦਾ 6। ਦੋਨਾਂ ਨੇ ਇੱਕ ਦੂਸਰੇ ਵੱਲ ਪਿੱਠ ਘੁਮਾਈ ਹੋਈ ਆ। गॉड बlesस। ਪਰ ਜਦੋਂ ਅਸੀਂ 6 ਨੂੰ ਇੱਥੇ ਕਰ ਦਈਏ ਹਾਲੇਲੂਇਆ, ਔਰ 3 ਨੂੰ ਇੱਥੇ ਕਰ ਦਈਏ ਤੇ ਕੀ ਹੋ ਗਿਆ? 63। ਹਾਲੇਲੂਇਆ। ਔਰ 63 ਨੂੰ ਕੌਣ ਆਇਆ? ਪ੍ਰਭੂ ਯਿਸੂ ਮਸੀਹ, ਆਮੀਨ, ਜੀਵਨ ਦਾ ਪਾਣੀ। ਆਮੀਨ, ਹਾਲੇਲੂਇਆ। ਜਦੋਂ ਜ਼ਿੰਦਗੀ 'ਚ ਜੀਵਨ ਦਾ ਪਾਣੀ ਆ ਜਾਂਦਾ ਤੇ ਫਿਰ ਜਿਹੜੀਆਂ ਪਿੱਠਾਂ ਮੁੜੀਆਂ ਹੁੰਦੀਆਂ ਨੇ ਉਹ ਆਮੋ ਸਾਹਮਣੇ ਰੂਬਰੂ ਹੋਣ ਲੱਗ ਜਾਂਦੀਆਂ। ਪ੍ਰੇਜ਼ ਦ ਲਾਰਡ। ਕਿਉਂਕਿ ਜ਼ਿੰਦਗੀ ਦੇ ਪਾਣੀ ਨੇ ਹਾਲਾਤ ਬਦਲ ਦਿੱਤੇ, ਆਮੀਨ, ਵਿਚਾਰ ਬਦਲ ਦਿੱਤੇ, ਪ੍ਰੇਜ਼ ਦ ਲਾਰਡ। ਖਿਆਲ ਬਦਲ ਦਿੱਤੇ, ਥਿੰਕਿੰਗ ਬਦਲ ਦਿੱਤੀ। ਆਮੀਨ, ਆਮੀਨ। ਉਹ ਆਕੜੇ ਪਏ ਸੀ, ਸੱਚ। ਇਸੇ ਕਰਕੇ ਸਾਰਾ ਸਫ਼ਰ ਮੂਸਾ ਨੂੰ ਛਿੱਲਦੇ ਰਹੇ। ਸੱਚ ਹੈ, ਜਿਨ੍ਹਾਂ ਨੂੰ ਪਤਾ ਬਾਈਬਲ ਪੜ੍ਹਨ ਵਾਲਿਆਂ ਨੂੰ 40 ਸਾਲ ਦੇ ਸਫ਼ਰ ਵਿੱਚ ਉਹਨਾਂ ਨੇ ਮੂਸਾ ਨੂੰ, ਜੋ ਕਿ ਉਹਨਾਂ ਦਾ ਨਬੀ ਸੀ, ਆਮੀਨ, ਉਹਦੀ ਛਿੱਲ ਹੀ ਲਾਈ। ਸੱਚ ਹੈ, ਜਿਹੜੀ ਜ਼ਿੰਦਗੀ ਵਿੱਚ ਪਾਣੀ ਨਹੀਂ ਹੁੰਦਾ ਭੈਣੋ ਭਰਾਓ, ਉਹ ਆਪਣੇ ਪ੍ਰਚਾਰਕ ਨੂੰ ਨਹੀਂ ਬਖਸ਼ਦੇ, ਸੱਚ ਹੈ, ਉਹ ਆਪਣੇ ਪਾਸਟਰ ਨੂੰ ਨਹੀਂ ਕਦੇ ਬਖਸ਼ਦੇ। ਸੱਚ ਹੈ, ਛਿੱਲ ਹੀ ਲਾਉਣ ਤੇ ਲੱਗੇ ਰਹਿੰਦੇ ਆ, ਨੁਕਸ਼ ਕੱਢਣ ਤੇ ਲੱਗੇ ਰਹਿੰਦੇ ਆ, ਬੇਇੱਜ਼ਤ ਕਰਨ ਤੇ ਲੱਗੇ ਰਹਿੰਦੇ ਆ। ਪਰ ਜਿਹੜੀ ਜ਼ਿੰਦਗੀ ਦੇ ਵਿੱਚ ਪਾਣੀ ਆ ਜਾਂਦਾ ਹੈ, ਆਮੀਨ, ਨਮੀ ਆ ਜਾਂਦੀ ਹੈ, ਪ੍ਰੇਜ਼ ਦ ਲਾਰਡ। ਉਹ ਫਲੈਕਸੀਬਲ ਹੋ ਜਾਂਦੇ ਆ, ਧੰਨਵਾਦ ਉਹ ਯਿਸੂ। ਨਮਰ ਹੋ ਜਾਂਦੇ ਆ। Praise ਇਸ the ਕਰਕੇ ਅੱਜ ਆਪਣੀ ਜ਼ਿੰਦਗੀ ਨੂੰ ਗਮਲੇ ਵਿੱਚੋਂ ਕੱਢੋ ਆਮੀਨ, ਅਤੇ ਸਹੀ ਸਥਾਨ ਪ੍ਰਭੂ ਦਾ ਵਚਨ ਆ, ਆਮੀਨ, ਇਹਦੇ ਵਿੱਚ ਆਪਣੇ ਆਪ ਨੂੰ ਸਥਿਰ ਕਰੋ। Yes. ਜਦ ਤੱਕ ਕੋਈ ਵਚਨ ਤੋਂ ਦੂਰ ਆ ਤਦ ਤੱਕ ਉਹ ਸਖਤ, ਕਰੜਾ, ਸੱਚ। ਘਮੰਡੀ, ਸੱਚ। ਹੰਕਾਰੀ, ਸ਼ੇਖੀਬਾਜ਼ ਸੱਚ। ਸਾਰੇ ਗੁਣ ਉਹ 'ਚ ਇਹ ਹੋਣਗੇ। ਸੱਚ। ਪਰ ਜਦੋਂ ਕੋਈ ਵਚਨ ਦੇ ਪਾਣੀ ਵਿੱਚ ਆ ਜਾਏਗਾ, ਉਹ Hallelujah. ਨਮਰ ਹੋਵੇਗਾ, Amen. ਉਹ ਹਲੀਮ ਹੋਵੇਗਾ, ਉਹ ਦਿਆਲੂ ਹੋਵੇਗਾ। ਸੱਚ, ਆਮੀਨ। ਆਮੀਨ, ਖੁਦਾਵੰਦ ਤੁਹਾਨੂੰ ਬਹੁਤ ਬਰਕਤ ਹੈ। Amen. God ਤੋ ਅਸੀਂ bless. ਬਾਈਬਲ ਦੇ ਅੰਦਰੋਂ ਇਹਨਾਂ ਨੂੰ ਦੇਖਿਆ ਕਿ ਜਦ ਤੱਕ ਇਹ ਮਿਸਰ ਵਿੱਚ ਰਹੇ ਇਹਨਾਂ ਨੂੰ ਪਾਣੀ ਨਾ ਮਿਲਿਆ। ਸੱਚ, ਅੱਜ ਜਿਹੜਾ ਵਿਅਕਤੀ ਜਗਤ ਵਿੱਚ ਆ, ਉਹ ਚਾਹੇ ਕਿਸੇ ਵੀ ਤਰ੍ਹਾਂ ਦੀ ਭਗਤੀ ਕਰ ਲਵੇ, ਉਹ ਚਾਹੇ ਕਿਸੇ ਵੀ ਤਰ੍ਹਾਂ ਦੀ ਯਾਤਰਾ ਕਰ ਲਵੇ, ਉਹਦੀ ਜ਼ਿੰਦਗੀ 'ਚ ਪਾਣੀ ਨਹੀਂ ਹੈ, ਸੱਚ, ਸੋਕੜਾ ਪਿਆ ਹੋਇਆ, ਕਿਉਂਕਿ ਜ਼ਿੰਦਗੀ ਦਾ ਪਾਣੀ ਪ੍ਰਭੂ ਯਿਸੂ ਮਸੀਹ ਹੈ। ਉਹਨੇ ਕਿਹਾ ਮੈਂ ਜੀਵਨ ਦਾ ਜਲ ਹਾਂ, ਆਮੀਨ, ਜੋ ਮੇਰੇ ਤੋਂ ਪੀਵੇਗਾ ਅੰਮ੍ਰਿਤ ਜਲ ਦੀਆਂ ਨਦੀਆਂ ਉਹਦੇ ਅੰਦਰੋਂ ਵਹਿ ਉੱਠਣਗੀਆਂ। ਆਮੀਨ, ਜੋ ਕੋਈ ਵਚਨ ਤੋਂ ਦੂਰ ਆ ਉਹਦੀ ਜ਼ਿੰਦਗੀ ਸੁੱਕੀ ਪਈ ਹੈ, ਬੰਜਰ ਆ। ਸੱਚ, ਸੱਚ, ਇਸੇ ਕਰਕੇ ਅੰਦਰ ਫਲ ਨਹੀਂ ਹੈਗੇ, ਸੱਚ, ਅੰਦਰ ਵਧੀਆ ਗੁਣ ਨਹੀਂ ਹੈਗੇ,
ਪਰ ਜਦੋਂ ਕੋਈ ਬੰਦਾ ਪ੍ਰਭੂ ਯਿਸੂ ਮਸੀਹ ਦੇ ਕਲਾਮ ਨੂੰ ਆਪਣੇ ਅੰਦਰ ਲੈ ਆਉਂਦਾ ਆਮੇਨ ਉਹ ਨਮਰ ਬਣ ਜਾਂਦਾ ਆਮੇਨ ਉਹਦੀ ਜ਼ਿੰਦਗੀ ਦੇ ਫਲ ਬਦਲ ਜਾਂਦੇ Thank you, ਵੈਸੇ ਵੀ Jesus. ਸੁੱਕੀਆਂ ਟਾਹਣੀਆਂ ਨੂੰ ਕਦੇ ਫਲ ਨਹੀਂ ਲੱਗਦੇ ਸੱਚ। ਫਲ ਤੇ ਕੀ ਲੱਗਣੇ ਪੱਤੇ ਨਹੀਂ ਲੱਗਦੇ ਸੋ ਸੱਚ। ਜਦੋਂ ਬਾਈਬਲ 'ਚ ਇੱਕ ਆਇਤ ਪੜ੍ਹਦੇ ਆ ਜ਼ਬੂਰ ਪਹਿਲਾ ਉਹਦੀ ਪਹਿਲੀ ਆਇਤ ਤੋਂ ਪਹਿਲਾ ਜ਼ਬੂਰ ਉਹਦੀ ਪਹਿਲੀ ਆਇਤ ਥੈਂਕ ਯੂ ਜੀਸਸ हालेलुया ਹਾਂਜੀ ਹਾਂਜੀ ਹਿੰਦੀ 'ਚ ਪੜ੍ਹਦੇ ਹੋ क्या ही धन्य है वह पुरुष जो दुष्टों की युक्ति पर नहीं चलता और न पापियों के मार्ग में खड़ा होता और न ठट्ठा करने वालों की मंडली में बैठता है परंतु वह तो यहोवा की व्यवस्था से प्रसन्न रहता हाँ जी और उसकी व्यवस्था पर रात दिन ध्यान करता रहता है वह उस वृक्ष के समान है वो पुरुष ਜਿਹੜਾ ਠੱਠੇਬਾਜ਼ਾਂ ਦੀ ਮੰਡਲੀ ਵਿੱਚ ਨਹੀਂ ਬਹਿੰਦਾ ਪਾਪੀਆਂ ਦੀ ਝੁੰਡੀ ਵਿੱਚ ਨਹੀਂ ਬੈਠਦਾ ਉਹ ਯਹੋਵਾ ਦੀ ਵਿਵਸਥਾ 'ਚ ਮਗਨ ਰਹਿੰਦਾ ਆ ਉਹ ਮਨੁੱਖ ਉਸ ਬ੍ਰਿਕਸ਼ ਵਰਗਾ ਆ जो बहती नालियों के किनारे लगाया गया है ਉਹ ਉਸ ਬ੍ਰਿਕਸ਼ ਵਰਗਾ ਆ ਜਿਹੜਾ ਬਹਿੰਦੇ ਨਾਲਿਆਂ ਦੇ ਕਿਨਾਰੇ ਲੱਗਾ ਬੈਠ ਜਾਓ ਹੁਣ ਜੇਕਰ ਕੋਈ ਪੌਦਾ ਬੰਜਰ ਜ਼ਮੀਨ 'ਚ ਆ ਤੇ ਤੁਸੀਂ ਚਾਹੇ ਉਹਨੂੰ ਸਰਦੀਆਂ 'ਚ ਵੇਖੋ ਚਾਹੇ ਗਰਮੀਆਂ 'ਚ ਵੇਖੋ ਕਦੇ ਵੀ ਪੱਤੇ ਨਹੀਂ ਹੋਣਗੇ 12 महीने को 12 ਮਹੀਨੇ ਉਹ ਇੱਕੋ ਜਿਹਾ ਪਰ ਇੱਕ ਪੌਦਾ ਆ ਜਿਹੜਾ ਨਹਿਰ ਦੇ ਕੰਢੇ ਤੇ ਹੁੰਦਾ ਹੈ हालेलुया ग्लोरी ਉਹਦੇ ਪੱਤੇ ਸਰਦੀਆਂ ਵਿੱਚ ਵੀ ਤੇ ਗਰਮੀਆਂ ਵਿੱਚ सच ਲਹਿ ਲਹਾਉਂਦੇ ਨੇ आमीन ਕਾਰਨ ਉਹ ਨਦੀ ਦੇ ਕਿਨਾਰੇ ਤੇ ਆ आमीन ਉਹ ਹਰਿਆ ਭਰਿਆ ਰਹਿੰਦਾ आमीन ਆਮੀਨ सच ਤੋ ਜਿਹੜਾ ਮਨੁੱਖ ਖੁਦਾਵੰਦ ਦੇ ਵਚਨ ਤੋਂ ਦੂਰ ਆ ਉਹਦੇ ਲਈ ਚਾਹੇ ਸਰਦੀ ਆਵੇ ਚਾਹੇ ਗਰਮੀ ਆਵੇ ਉਹਨੇ ਸੁੱਕਾ ਹੀ ਰਹਿਣਾ ਪਰ ਜਿਹੜਾ ਮਨੁੱਖ ਖੁਦਾਵੰਦ ਦੇ ਵਚਨ ਦੇ ਕਿਨਾਰੇ ਰਹਿੰਦਾ ਆ आमीन ਉਹ ਹਰ ਮੌਸਮ ਦੇ ਵਿੱਚ ਹਰਿਆ ਭਰਿਆ ਰਹਿੰਦਾ आमीन प्रेज द ਕਿਉਂਕਿ ਉਹ लॉर्ड ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ ਨਾ ਮਖੌਲੀਆਂ ਦੀ ਝੁੰਡੀ ਵਿੱਚ ਬਹਿੰਦਾ ਸੱਚਾ। ਉਹ ਤਾਂ ਯਹੋਵਾ ਦੀ ਵਿਵਸਥਾ ਵਿੱਚ ਮਗਨ ਰਹਿੰਦਾ ਹੈ ਆਮੀਨ ਹਾਲੇਲੂਇਆ ਸੱਚਾ। ਕਹਿੰਦਾ ਉਹ ਉਸ ਬ੍ਰਿਕਸ਼ ਸਮਾਨ ਹੈ ਜਿਹੜਾ ਬਹਿੰਦੇ ਪਾਣੀਆਂ ਦੇ ਕਿਨਾਰੇ ਸੱਚਾ। ਔਰ ਇਹ ਬਹਿੰਦੇ ਪਾਣੀਆਂ ਦੇ ਨਾਲੇ ਕੀ ਹਨ ਇਹ ਆ ਪਵਿੱਤਰ ਆਤਮਾ ਦੇ ਗਿਫਟ सच प्रेज द लॉर्ड ਇਹ ਨਾਲੇ ਕੀ ਹਨ थैंक यू होली गोस्ट ਪਵਿੱਤਰ ਆਤਮਾ ਦੇ ਗਿਫਟ ਹਨ ਆਮੀਨ। ਔਰ ਜਿਹੜਾ ਬੰਦਾ ਇਹਨਾਂ ਗਿਫਟਾਂ ਦੇ ਨੇੜਤਾ 'ਚ ਰਹਿੰਦਾ ਆ ਆਮੀਨ। ਉਹ ਸਦਾ ਹਰਿਆ ਭਰਿਆ ਰਹਿੰਦਾ ਸੱਚ। ਆ ਔਰ ਇਹ ਗਿਫਟ ਕੀ ਹਨ ਇਹ ਪੰਜ ਪੱਖੀ ਸੇਵਕਾਈ ਵੀ ਆ आमीन ਹਾਲੇਲੂਇਆ ਇਹ ਪ੍ਰੇਮ ਆਨੰਦ ਸ਼ਾਂਤੀ ਧੀਰਜ ਵਫਾਦਾਰੀ ਭਲਾਈ ਨਰਮਾਈ आमीन ਇਹ ਪਵਿੱਤਰ ਆਤਮਾ ਦੇ ਫਲ ਹਨ आमीन ਔਰ ਗਿਫਟ ਹਨ ਔਰ ਇੱਕ ਵਿਸ਼ਵਾਸੀ ਨੂੰ ਇਹ ਆਇਤ ਪ੍ਰੇਰਿਤ ਕਰਦੀ ਆ ਆਮੀਨ, ਆਮੀਨ, ਕਿ ਉਹਨੂੰ ਸੱਚ। ਹਰਿਆ ਭਰਿਆ ਰਹਿਣ ਲਈ ਸੱਚ। ਆਪਣੇ ਗਿਫਟ ਦੇ ਨੇੜੇ ਰਹਿਣਾ ਚਾਹੀਦਾ सच ਹੈ आमीन ਉਹਨੂੰ ਪਵਿੱਤਰ ਆਤਮਾ ਦੀ ਮੌਜੂਦਗੀ ਵਿੱਚ ਰਹਿਣਾ ਚਾਹੀਦਾ ਹੈ ਆਮੀਨ। ਤਾਂ ਕਿ ਉਹ ਹਰਿਆ ਭਰਿਆ ਰਹੇ प्रेज द लॉर्ड ਅੱਗੇ और उसके पत्ते कभी मुरझाते नहीं ਜਿਹੜਾ ਪਾਣੀ ਦੇ ਕਿਨਾਰੇ ਰਹਿੰਦਾ ਆ ਉਹਦੇ ਪੱਤੇ ਕਦੇ ਨਹੀਂ ਮੁਰਝਾਉਂਦੇ इसलिए जो कुछ वह पुरुष करे वह सफल होता है ਉਹ ਜਿਹੜਾ ਪਾਣੀ ਦੇ ਕਿਨਾਰੇ ਰਹੇਗਾ ਉਹ ਬੰਦਾ ਸਫਲ ਹੋਵੇਗਾ ਇਸੇ ਕਰਕੇ ਬਾਈਬਲ ਦੱਸਦੀ ਹੈ ਕਿ ਜਦੋਂ ਮਿਸਰ ਵਿੱਚੋਂ ਕੱਢੇ ਗਏ ਉਹਨਾਂ ਨੂੰ ਖੁਦਾ ਨੇ ਕਨਾਨ ਦੀ ਧਰਤੀ ਵਿੱਚ ਲਾਇਆ ਅਤੇ ਉਸ ਤੋਂ ਬਾਅਦ ਉਹ ਫੈਲ ਗਏ आमीन ਉਹ ਸਫਲ ਹੋਏ ਸੱਚ। ਔਰ ਅੱਜ ਜੇਕਰ ਕਿਸੇ ਭੈਣ ਨੇ ਭਰਾ ਨੇ ਸਫਲ ਹੋਣਾ ਆ ਤੇ ਉਹਨੂੰ ਗਮਲੇ ਵਿੱਚੋਂ ਨਿਕਲ ਕੇ ਵਚਨ ਵਿੱਚ ਲੱਗਣਾ आमीन आमीन प्रेज द लॉर्ड ਤਾਂ ਕਿ ਮਨੁੱਖ ਜੋ ਕੁਝ ਵੀ ਕਰੇ ਉਹਦੇ ਵਿੱਚ ਉਹ ਸਫਲ ਹੋਵੇ ਆਤਮਿਕ ਅਤੇ ਜ਼ਮੀਨ। ਉਹਦੀ ਜ਼ਿੰਦਗੀ ਵੱਧਦੀ ਫੁੱਲਦੀ ਜਾਵੇ ਆਮੀਨ। ਕਿਉਂਕਿ ਭਾਈ ਕਹਿ ਰਹੇ ਆਤਮਿਕ ਜ਼ਮੀਨ ਜੇਕਰ ਆਤਮਿਕ ਜ਼ਮੀਨ ਅੱਜ ਲੱਭਣੀ ਆ ਤੇ ਉਹ ਕੋਈ ਮਿਸ਼ਨ ਕੋਈ ਚਰਚ ਕੋਈ ਪਾਸਟਰ ਨਹੀਂ ਹੈ ਈਵਨ ਮੈਂ ਵੀ ਕਿਸੇ ਦੀ ਆਤਮਿਕ ਜ਼ਮੀਨ ਨਹੀਂ ਆ ਆਤਮਿਕ ਜ਼ਮੀਨ ਸਾਡੇ ਸਭ ਦੇ ਲਈ ਪ੍ਰਭੂ ਦਾ ਵਚਨ ਹੈ आमीन गॉड ब्लेस यू ਜੇਕਰ ਕਿਸੇ ਭੈਣ ਭਰਾ ਨੇ ਸਫਲ ਹੋਣਾ ਹਰਿਆ ਭਰਿਆ ਹੋਣਾ ਕਿਸੇ ਬੱਚੇ ਨੇ ਸਫਲ ਹੋਣਾ ਤੇ ਉਹਦੇ ਲਈ ਆਤਮਿਕ ਜ਼ਮੀਨ ਖੁਦਾਵੰਦ ਦਾ ਜਿਉਂਦਾ ਵਚਨ ਹੈ सच आमीन नथिंग बट ਇੱਕ ਗੱਲ ਤੇ ਗੌਰ ਕਰਾਉਣਾ ਚਾਹੁੰਦਾ ਹੈ ਜਿਸ ਦਿਨ ਉਹ ਮਿਸਰ ਚੋਂ ਨਿਕਲੇ ਕੀ ਇਜ਼ਰਾਈਲ ਨੇ ਆਪਣੀ ਜ਼ਮੀਨ ਆਪ ਠਹਿਰਾਈ ਸੀ ਜਾਂ ਖੁਦਾ ਨੇ ਠਹਿਰਾਈ ਸੀ खुदा ने ठहराया ਉਹਨਾਂ ਦੀ ਜਗ੍ਹਾ ਜਿੱਥੇ ਉਹਨਾਂ ਨੂੰ ਲਗਾਇਆ ਜਾਣਾ ਸੀ ਉਹਨਾਂ ਦੀ ਜ਼ਮੀਨ ਇਜ਼ਰਾਈਲੀਆਂ ਨੇ ਆਪ ਠਹਿਰਾਈ ਸੀ ਜਾਂ ਖੁਦਾ ਨੇ ਠਹਿਰਾਈ ਸੀ खुदा ने ਫਿਰ ਮੈਂ ਦੁਹਰਾਉਣ ਲੱਗਾ ਇੱਕ ਗੱਲ ਜਿਸ ਦਿਨ ਤੁਸੀਂ ਨਰਸਰੀ ਦੇ ਵਿੱਚੋਂ ਪੌਦਾ ਲੈ ਕੇ ਆਉਂਦੇ ਹੋ ਚਾਹੇ ਅਮਰੂਦ ਦਾ ਚਾਹੇ ਅੰਬ ਦਾ ਚਾਹੇ ਕਿਸੇ ਦਾ ਵੀ ਪੌਦਾ ਘਰ 'ਚ ਜਗ੍ਹਾ ਠਹਿਰਾਉਂਦਾ ਜਾਂ ਉਹਦੀ ਜਗ੍ਹਾ ਤੁਸੀਂ ਠਹਿਰਾਉਂਦੇ ਹੋ ਤੁਸੀਂ ਠਹਿਰਾਉਂਦੇ ਹੋ ਜਿਸ ਦਿਨ ਉਹ ਮਿਸਰ ਚੋਂ ਨਿਕਲੇ ਉਹਨਾਂ ਦੀ ਜਗ੍ਹਾ
ਇਜ਼ਰਾਈਲੀਆਂ ਨੇ ਆਪ ਨਹੀਂ ਸੀ ਠਹਿਰਾਈ, ਖੁਦਾ ਨੇ ਠਹਿਰਾਈ ਸੀ। आमीन आमीन। ਜੇਕਰ ਖੁਦਾ ਤੁਹਾਨੂੰ ਸੰਸਾਰ ਵਿੱਚੋਂ ਕੱਢੇ ਤੇ ਤੁਹਾਡੇ ਲੱਗਣ ਦੇ ਲਈ ਜਗ੍ਹਾ ਤੁਸੀਂ ਨਹੀਂ ਠਹਿਰਾਓਗੇ, सच ਜਗ੍ਹਾ ਕੌਣ ਠਹਿਰਾਏਗਾ? ਅੱਜ ਬਹੁਤ ਸਾਰੇ ਵਿਸ਼ਵਾਸੀਆਂ ਨੇ ਜਦੋਂ ਸੰਸਾਰ ਚੋਂ ਨਿਕਲੇ ਜਗ੍ਹਾ ਆਪਣੀ ਆਪ ਚੁਣੀ। ਮੈਂ ਫਲਾਣੇ ਪਾਸਟਰ ਕੋ ਜਾਵਾਂਗਾ, ਮੈਂ ਫਲਾਣੇ ਚਰਚ ਵਿੱਚ ਜਾਵਾਂਗਾ, ਮੈਂ ਫਲਾਣੀ ਸੇਵਕਾਈ ਨਾਲ ਜੁੜਾਂਗਾ, ਜਿਹਦੀ ਵਜ੍ਹਾ ਕਰਕੇ ਫਲ ਆ ਹੀ ਨਹੀਂ ਪਾਏ, सच ਨਮੀ ਆ ਹੀ ਨਹੀਂ ਪਾਈ। सच। ਪਰ ਜਦੋਂ ਖੁਦਾਵੰਦ ਕਿਸੇ ਪੌਦੇ ਨੂੰ ਉਖਾੜਦਾ ਹੈ ਜਗਤ ਵਿੱਚੋਂ, ਹਾਲੇਲੂਇਆ। ਉਹਦੇ ਲਈ ਜਗ੍ਹਾ ਉਹ ਆਪ ਠਹਿਰਾਉਂਦਾ ਹੈ। ਤੇ ਜਿਸ ਜਗ੍ਹਾ ਤੇ ਖੁਦਾ ਤੁਹਾਨੂੰ ਲਗਾ ਦੇਵੇ, Praise the Lord। ਕਦੇ ਹੋ ਹੀ ਨਹੀਂ ਸਕਦਾ ਕਿ ਤੁਸੀਂ ਸੱਚ। ਹਰੇ ਨਾ ਰਹੋ, ग्लोरी। ਕਦੇ ਹੋ ਹੀ ਨਹੀਂ ਸਕਦਾ ਕਿ ਤੁਹਾਡੇ ਅੰਦਰ ਫਲ ਨਾ ਆਉਣ। ग्लोरी। ਆਉਣੇ ਹੀ ਆਉਣੇ ਆ ਫਲ, ਕਿਉਂਕਿ ਉਹ ਆਮੀਨ। ਜਗ੍ਹਾ ਤੁਸੀਂ ਨਹੀਂ ਚੁਣੀ। खुदा ने ठहराया। ਜਦੋਂ ਅਬਰਾਹਾਮ ਕਸਦੀਆਂ ਦੇ ਊਰ ਵਿੱਚੋਂ ਨਿਕਲਿਆ, सच ਅਬਰਾਹਾਮ ਨੂੰ ਨਹੀਂ ਸੀ ਪਤਾ ਕਿ ਮੈਂ ਕਿਹੜੀ ਧਰਤੀ ਤੇ ਜਾਣਾ। ਧਰਤੀ ਕਿਨੇ ਠਹਿਰਾਈ ਸੀ? ਖੁਦਾ ਨੇ। सच। ਇਸੇ आमीन। ਕਰਕੇ ਲੂਤ ਨੇ ਆਪ ਚੁਣੀ ਸੀ ਤੇ सच। ਫੇਲ ਹੋਇਆ। हालेलुया। ਅਬਰਾਹਾਮ ਨੂੰ सच। ਖੁਦਾ ਨੇ ਦਿੱਤੀ ਸੀ ਆਮੀਨ। ਤੇ ਉਹ ਸਫਲ ਸੀ। आमीन ਆਮੀਨ। आमीन। ਜਿਹੜਾ ਬੰਦਾ ਆਪਣੀ ਜਗ੍ਹਾ, ਆਪਣਾ ਚਰਚ, ਆਪਣਾ ਪਾਸਟਰ ਆਪ ਚੁਣਦਾ ਹੈ, ਉਹ ਫੇਲ ਹੋਵੇਗਾ। सच। ਪਰ ਜਦੋਂ ਖੁਦਾ ਦੇ ਠਹਿਰਾਏ ਮੁਤਾਬਕ Thank ਚੱਲੋਗੇ, you, Jesus। ਤੁਸੀਂ ਹਮੇਸ਼ਾ ਸਫਲ ਹੋਵੋਗੇ। आमीन आमीन। ਖੁਦਾ ਤੁਹਾਨੂੰ Praise ਬਹੁਤ the Lord। ਬਰਕਤ ਦੇ। Amen। ਗੱਲਾਂ ਨੂੰ ਸਮਝੋ। ਅੱਜ ਜੇਕਰ ਕਿਸੇ ਨੇ ਸਫਲ ਹੋਣਾ ਆ ਪ੍ਰਭੂ ਦੇ ਵਿੱਚ, ਆਤਮਿਕ ਜ਼ਿੰਦਗੀ ਵਿੱਚ, ਤੇ ਉਹਨੂੰ ਉਸ ਜਗ੍ਹਾ ਤੇ ਆਉਣਾ ਪਏਗਾ ਜੋ ਜਗ੍ਹਾ ਖੁਦਾ ਨੇ ਤੁਹਾਨੂੰ ਦਿੱਤੀ ਹੈ। सच। आमीन। ਮੈਨੂੰ ਲੋਕਾਂ ਦਾ ਪਾਸਟਰ ਬਣਨ ਦਾ ਸ਼ੌਕ ਨਹੀਂ ਹੈ। ਮੈਂ ਇਹ ਗੱਲ ਸਾਫ਼ ਕਹਿਣਾ ਲੋਕਾਂ ਨੂੰ, ਮੈਨੂੰ ਕਿਸੇ ਦਾ ਵੀ ਪਾਸਟਰ ਬਣਨ ਦਾ ਸ਼ੌਕ ਨਹੀਂ ਹੈ। ਪਰ ਜਿਸ ਵਿਅਕਤੀ ਨੂੰ ਖੁਦਾ ਮੇਰੇ ਕੋਲ ਭੇਜੇਗਾ, ਮੈਂ ਉਹਦਾ ਪਾਲਣ ਪੋਸ਼ਣ ਵਚਨ ਦੇ ਮੁਤਾਬਕ। God bless you, brother। ਕਿਉਂਕਿ ਮੈਂ ਗੋਬਿੰਦਗੜ੍ਹ Praise the ਚਰਚ Lord। ਦੇ ਵਿੱਚ ਆ, ਆਲੇ ਦੁਆਲੇ ਬਹੁਤ ਸੇਵਕਾਈ ਹੈ, ਭੈਣ ਭਰਾ ਰੱਬ ਦੀ ਕਿਰਪਾ ਦੇ ਨਾਲ ਵਚਨ ਨੂੰ ਸਮਝਣ ਵਾਲੇ ਆ। ਪਰ ਮੈਂ ਇਹ ਕਹਿਣਾ ਹੈ ਕਿ ਜੇਕਰ ਖੁਦਾਵੰ ਨੇ ਤੁਹਾਨੂੰ ਉਖਾੜ ਕੇ ਕਿਸੇ ਦਿਸ਼ਾ ਤੇ ਲੈ ਕੇ ਆਉਣਾ ਹੈ ਤੇ ਉਹਦੀ ਮਰਜ਼ੀ ਪੂਰੀ ਹੋਣੀ ਚਾਹੀਦੀ ਹੈ, Yes। ਉਹਦੀ Thank you, ਇੱਛਾ ਪੂਰੀ Jesus। ਹੋਣੀ ਚਾਹੀਦੀ ਹੈ। तेरी इच्छा पूरी हो ਖੁਦਾਵੰ लॉर्ड। ਤੁਹਾਨੂੰ ਬਹੁਤ Amen। ਬਰਕਤ ਦੇ। ਤਾਂ ਇਜ਼ਰਾਈਲੀ ਮਿਸਰ ਚੋਂ ਨਿਕਲੇ, ਕਨਾਨ ਵਿੱਚ ਲੱਗੇ। ਅੱਜ ਜੇਕਰ ਕਿਸੇ ਨੇ ਸਫਲ ਹੋਣਾ ਤੇ ਉਹਨੂੰ ਅੱਜ ਦੇ ਮਿਸਰ ਚੋਂ ਨਿਕਲ ਕੇ ਇਸ ਕਨਾਨ ਵਿੱਚ, ਜੋ ਕਿ ਪਵਿੱਤਰ ਆਤਮਾ ਹੈ, ਆਮੀਨ, ਜੋ ਕਿ ਆਮੀਨ। ਸਮੇਂ Thank ਦਾ you, Holy ਸੰਦੇਸ਼ ਆ, Ghost। ਇਹਦੇ ਵਿੱਚ ਜੁੜਨਾ ਪਏਗਾ Praise the Lord। ਤਾਂ ਕਿ ਜੜ੍ਹਾਂ ਤੋਂ ਪੱਤਿਆਂ ਤੱਕ ਪਾਣੀ ਜਾਵੇ। Amen। Praise the Lord। ਜੜ੍ਹਾਂ ਤੋਂ ਤਣਾ, ਤਣੇ ਤੋਂ ਟਾਹਣੀਆਂ, ਟਾਹਣੀਆਂ ਤੋਂ ਪੱਤੇ ਤੇ ਪੱਤਿਆਂ ਵਿੱਚੋਂ ਫਲ, Amen। सच। ਤਾਂ ਆਉਣਾ ਆ। Amen। ਪਹਿਲਾਂ ਜਗ੍ਹਾ ਸਹੀ ਹੋਣੀ ਚਾਹੀਦੀ ਹੈ। Yes। ਹੁਣ ਇੱਕ ਗੱਲ ਦੱਸੋ ਮੈਨੂੰ, ਤੁਸੀਂ ਸ਼ਹਿਰ 'ਚ ਰਹਿੰਦੇ ਹੋ, ਤੁਹਾਨੂੰ ਸਾਗ ਇੱਧਰ ਹੀ ਮਿਲ ਜਾਂਦਾ ਹੋਣਾ, ਗੇੜੀ ਵਾਲੇ ਆਉਂਦੇ ਆ ਤੇ ਕਹਿੰਦੇ ਸਾਗ ਲਓ ਜੀ, ਸਾਗ ਤੇ ਤੁਸੀਂ ਖਰੀਦ ਲੈਂਦੇ ਹੋ। ਕਈ ਵਾਰ ਪਿੰਡਾਂ ਦੇ ਵਿੱਚ ਕੀ ਹੁੰਦਾ ਸੀਗਾ, ਜਦੋਂ ਸਾਗ ਦਾ ਸੀਜ਼ਨ ਹੁੰਦਾ ਸੀ, ਕੁਝ ਸਾਗ ਖੇਤਾਂ 'ਚ ਉੱਗਦੇ ਸੀ ਤੇ ਕੁਝ ਸਾਗ ਦੇ ਬੂਟੇ, ਸਰੋਂ ਦੇ ਬੂਟੇ ਜਿਹੜੇ ਆ, ਗੋਹੇ ਦੇ ਢੇਰ ਤੇ ਉੱਗ ਜਾਂਦੇ ਸੀ, ਰੂੜੀ ਦੇ ਢੇਰ ਤੇ ਵੀ ਉੱਗ ਜਾਂਦੇ ਸੀ। ਸਮਝੇ? ਮੇਰੀ ਉਦਾਹਰਨ ਤੁਹਾਡੇ ਲਈ ਫਿੱਟ ਹੋਵੇ ਜਾਂ ਨਾ ਹੋਵੇ, ਪਰ ਹੈਗੀ ਇਦਾਂ ਹੀ। God bless you। ਤੁਸੀਂ ਦੇਖਿਆ ਹੋਵੇਗਾ, ਕਈ ਵਾਰ ਸਾਗ ਜਿਹੜਾ, ਸਾਗ ਦੇ ਬੂਟੇ ਆ, ਉਹ ਰੂੜੀਆਂ ਤੇ, ਗੋਹੇ ਦੇ ਢੇਰ ਤੇ ਔਰ ਇਦਾਂ ਦੀਆਂ ਜਗ੍ਹਾਵਾਂ ਤੇ ਉੱਗ ਜਾਂਦੇ ਸੀਗੇ, ਜਿਹੜੇ ਕਿ ਕਿਸੇ ਨੇ ਬੀਜੇ ਵੀ ਨਹੀਂ ਆ, ਪਰ ਬੀਜ ਗਿਰਨ ਕਰਕੇ ਆਪਣੇ ਆਪ ਹੀ ਉੱਗ ਗਏ। ਉਹਨਾਂ ਨੂੰ ਪਸ਼ੂ ਖਾਂਦੇ ਸੀ, ਬੱਕਰੀਆਂ ਖਾਂਦੀਆਂ ਸੀ, ਪਰ ਕਦੇ ਵੀ ਕੋਈ ਫੈਮਿਲੀ ਵਾਲਾ ਬੰਦਾ ਉਸ ਬੂਟੇ ਤੋਂ ਸਾਗ ਤੋੜਨ ਨਹੀਂ ਸੀ ਜਾਂਦਾ। ਜਿਹੜਾ ਬੂਟਾ ਗੋਹੇ ਦੇ ਢੇਰ ਤੇ ਉੱਗਾ ਆ, ਸਮਝ ਰਹੇ ਹੋ? ਗੋਹਾ ਕਿਹੜੀ ਭਾਸ਼ਾ? ਪੰਜਾਬੀ ਆ ਨਾ? हाँ जी हाँ जी। ਰੂੜੀ ਪੰਜਾਬੀ ਭਾਸ਼ਾ। ਰੂੜੀ ਤੇ ਜਦੋਂ ਤੁਸੀਂ ਕੂੜਾ ਸੁੱਟਦੇ ਹੋ ਤੇ ਕਈ ਤਰ੍ਹਾਂ ਦੇ ਬੀਜ ਵੀ ਘਰਾਂ 'ਚ ਖਿਲਰੇ ਹੁੰਦੇ ਆ ਤੇ ਕੂੜੇ 'ਚ ਉਂਝ ਕੇ ਤੁਸੀਂ ਨਾਲ ਹੀ ਸੁੱਟ ਦਿੰਦੇ ਹੋ, ਤੇ ਜਦੋਂ ਉਹਦਾ ਮੌਸਮ ਆਉਂਦਾ ਉਹ ਬੀਜ ਉੱਗਦਾ ਹੈ। ਮੈਂ ਕਮਾਦ ਵੀ ਉੱਗਾ ਰੂੜੀਆਂ 'ਚ ਦੇਖਿਆ, ਸਰੋਂ ਵੀ ਉੱਗੀ ਦੇਖੀ ਹੈ, ਟਮਾਟਰ ਵੀ ਉੱਗੇ ਦੇਖੇ ਆ, ਮਾਹਾਂ, ਇਹ ਸਾਰੀਆਂ ਚੀਜ਼ਾਂ ਰੂੜੀਆਂ ਤੇ ਉੱਗੀਆਂ ਦੇਖੀਆਂ। ਪਰ ਇਹ ਚੀਜ਼ਾਂ ਉੱਗ ਜਾਂਦੀਆਂ ਜ਼ਰੂਰ ਨੇ। ਨਾ ਕੋਈ ਰੂੜੀਆਂ ਤੋਂ ਟਮਾਟਰ ਤੋੜਦਾ, ਨਾ ਕੋਈ ਸਰੋਂ ਤੋੜਦਾ, ਸਾਗ ਸੱਚ ਹੈ, ਤੋੜਦਾ, ਬਿਲਕੁਲ ਸੱਚ ਹੈ। ਨਾ ਕੋਈ ਗੰਨਾ ਤੋੜਦਾ। ਬੇਸ਼ੱਕ ਉਹ ਪੱਤੇ ਆ, ਸਾਗ ਵਰਗਾ ਸਾਗ ਆ, ਬੱਕਰੀਆਂ ਖਾ ਲੈਣਗੀਆਂ, ਮੱਝਾਂ ਖਾ ਲੈਣਗੀਆਂ, ਪਰ ਕੋਈ ਫੈਮਿਲੀ ਉਹ ਸਾਗ ਤੋੜ ਕੇ ਨਹੀਂ ਲਿਆਉਂਦੀ। ਕਿਉਂ? ਕਿਉਂ? ਮੈਨੂੰ ਪੁੱਛੋ ਕਿਉਂ? ਬੇਸ਼ੱਕ ਉਹ ਵੀ ਸਾਗ ਵਰਗਾ ਸਾਗ ਆ, ਪਰ ਉਹਦੀ ਜ਼ਮੀਨ ਚੰਗੀ ਨਹੀਂ। सच है। ਬੇਸ਼ੱਕ ਉਹ ਟਮਾਟਰਾਂ ਵਰਗੇ ਟਮਾਟਰ ਆ,
ਪਰ ਉਹ ਚੰਗੀ ਜ਼ਮੀਨ नहीं ਨਹੀਂ। ਕਿਸੇ ਫਲ ਦੇ ਲਈ ਜ਼ਮੀਨ ਬਹੁਤ ਮੈਟਰ ਕਰਦੀ ਹੈ। सच ਸਾਗ ਦੇ ਲਈ ਜ਼ਮੀਨ ਮੈਟਰ ਕਰਦੀ ਹੈ, ਫਲ ਦੇ ਲਈ ਜ਼ਮੀਨ ਮੈਟਰ उपजाऊ भूमि ਉਪਜਾਊ ਭੂਮੀ ਜ਼ਰੂਰ ਮੈਟਰ ਕਰਦੀ ਹੈ। ਔਰ ਉਪਜਾਊ ਭੂਮੀ ਹੀ ਨਹੀਂ, ਸਾਫ ਸੁਥਰੀ। साफ सुथरी ਕਿਉਂ ਲੋਕ ਰੂੜੀ ਤੋਂ ਸਾਗ ਨਹੀਂ ਤੋੜ ਕੇ ਖਾਂਦੇ? ਉਹਦਾ ਕਾਰਨ ਇਹ ਹੈ, ਬੇਸ਼ੱਕ ਉਹ ਸਾਗ ਵਰਗਾ ਸਾਗ ਆ, ਸਰੋਂ ਵਰਗੀ ਸਰੋਂ, ਤੋਰੀਏ ਵਰਗਾ ਤੋਰੀਆ, ਲੇਕਿਨ ਜਗ੍ਹਾ ਗੰਦੀ ਹੋਣ ਕਰਕੇ ਹਰ ਇੱਕ ਪਾਸਾ ਵਾ। ਜੇਕਰ ਤੁਹਾਡੀ ਜ਼ਿੰਦਗੀ ਵੀ ਗਲਤ ਜਗ੍ਹਾ ਤੇ ਆ ਤੇ ਸਮਝੋ ਤੁਹਾਡੇ ਫਲ ਵੀ ਬੇਸਵਾਦੇ ਆ। सच ਜੇਕਰ ਤੁਹਾਡੀ ਜ਼ਿੰਦਗੀ ਗਲਤ ਜਗ੍ਹਾ ਤੇ ਹੈ ਤਾਂ ਤੁਹਾਡੇ ਫਲ ਵੀ ਬੇਸਵਾਦੇ ਆ। ਕਿਉਂਕਿ ਰੂੜੀ ਦਾ ਸਾਗ ਤੁਸੀਂ ਤੋੜ ਕੇ ਖਾ ਵੀ ਲਓ, ਵਿੱਚੋਂ ਗੋਹੇ ਦੀ ਸਮੈਲ ਆਏਗੀ। ਤੁਸੀਂ ਕਹੋ ਨਹੀਂ ਜੀ ਅਸੀਂ ਤਾਂ ਗੈਸ ਤੇ ਬਣਾਇਆ ਸੀ, ਬੜੀ ਸਾਫ ਸੁਥਰੀ ਕਿਚਨ ਹੈ ਸਾਡੀ। ਅਜੇ ਤਾਂ ਉੱਤੇ ਕਿਚਨ ਨੇ ਜਿਹੜੀ ਪੌਦੇ ਦੀ ਬਣਾਵਟ ਆ ਜਾਂ ਪੌਦੇ ਦੀ ਸਮੈਲ ਆ ਉਹ ਨਹੀਂ ਬਦਲਣੀ। ਪੌਦੇ ਦੀ ਸਮੈਲ ਉਹੀ ਰਹਿਣੀ ਆ ਜੋ ਉਹਦੇ ਅੰਦਰ ਜੜ੍ਹਾਂ ਖਿੱਚ ਕੇ ਪਾ ਚੁੱਕੀਆਂ ਨੇ। ਜੋ ਸਮੈਲ ਪੌਦੇ ਦੇ ਅੰਦਰ ਜੜ੍ਹਾਂ ਦੁਆਰਾ ਜਾ ਚੁੱਕੀ ਹੈ ਉਹ ਰਹਿਣੀ ਹੀ ਰਹਿਣੀ ਹੈ, ਉਹਦਾ ਅਸਰ ਉੱਥੇ ਰਵੇਗਾ। ਜੇਕਰ ਕੋਈ ਵਿਅਕਤੀ ਗਲਤ ਜਗ੍ਹਾ ਤੇ ਆ ਅਤੇ ਜੋ ਉਹਨੇ ਸਮੈਲ ਗਲਤ ਜਗ੍ਹਾ ਤੋਂ ਆਪਣੇ ਅੰਦਰ ਪਾ ਲਈ ਹੈ ਉਹ ਰਹਿਣੀ ਹੀ ਰਹਿਣੀ ਹੈ। ਇਸ ਕਰਕੇ ਤੁਹਾਡਾ ਗਲਤ ਜਗ੍ਹਾ ਤੋਂ ਉਖਾੜਿਆ ਜਾਣਾ ਅਤੇ ਸਹੀ ਜਗ੍ਹਾ ਤੇ ਬੀਜਿਆ ਜਾਣਾ ਬਹੁਤ बहुत ਜ਼ਰੂਰੀ जरूरी ਹੈ। है में ਜਦ ਤੱਕ ਕੋਈ ਵਿਅਕਤੀ ਗਲਤ ਜਗ੍ਹਾ ਤੋਂ ਉਖਾੜ ਕੇ ਸਹੀ ਜਗ੍ਹਾ ਨਹੀਂ ਲਗਾਇਆ ਜਾਂਦਾ ਤਦ ਤੱਕ ਉਹਦੀ ਜ਼ਿੰਦਗੀ ਫਲਦਾਰ ਨਹੀਂ ਨਹੀਂ। ਹੋਵੇਗੀ। ਜੇ ਫਲ ਆ ਵੀ ਗਏ ਤੇ ਵਿੱਚ ਕੀੜੇ ਹੋਣਗੇ, ਉੱਥੇ कीड़े ਕੀੜੇ ਹੋਣਗੇ, ਮਰਿਆ ਫਲ ਹੋਵੇਗਾ। ਤੁਹਾਨੂੰ ਪਤਾ ਕਈ ਵਾਰ ਗਲਤ ਚੀਜ਼ਾਂ ਬਾਜ਼ਾਰ ਦੇ ਵਿੱਚ ਵਿਕ ਰਹੀਆਂ ਹੁੰਦੀਆਂ ਨੇ, ਗਲਤ ਸੇਬ ਹੁੰਦੇ ਆ, ਗਲਤ ਅੰਬ ਹੁੰਦੇ ਆ। ਕਾਰਨ ਉਹਨਾਂ ਦੇ ਇਹੀ ਹੁੰਦਾ ਹੈ, प्याज दा अफगानिस्तान ਪਿਆਜ਼ ਵੀ ਹੁੰਦੇ ਆ ਦੇ ਖਰਾਬ ਕਿਸਮ ਦੇ। ਉਹਦੇ ਪਿੱਛੇ ਜ਼ਮੀਨ ਦਾ ਰੋਲ ਹੁੰਦਾ ਹੈ। ਕਈ ਵਾਰ ਸ਼ੌਰੇ ਵਾਲੀ ਜ਼ਮੀਨ ਆ ਜਾਂਦੀ ਹੈ ਔਰ ਉੱਥੇ ਫਲ ਖਰਾਬ ਹੁੰਦੇ ਆ, ਹਨਾ। ਮੰਨ ਲਓ ਕਿ ਤੁਸੀਂ ਜ਼ਮੀਨ ਖੇਤਾਂ 'ਚੋਂ ਸਾਗ ਲੈਣ ਗਏ ਹੋ। ਮੇਰੀ ਗੱਲ ਸਮਝ ਆ ਰਹੀ ਤੁਹਾਨੂੰ ਸਾਰਿਆਂ ਨੂੰ? जवाब दो ਮੰਨ ਲਓ ਤੁਸੀਂ ਸਾਗ ਲੈਣ ਗਏ ਹੋ ਖੇਤਾਂ ਵਿੱਚ ਔਰ ਸਾਰੇ ਖੇਤ ਵਿੱਚ ਸਾਗ ਆ ਔਰ ਖੇਤ ਦੇ ਵਿਚਕਾਰ ਇੱਕ ਟਾਲੀ ਦਾ ਜਾਂ ਕਿੱਕਰ ਦਾ ਜਾਂ ਸਪੈਦੇ ਦਾ ਪੌਦਾ ਆ। ਬੈਠ ਜਾਓ ਭਾਈ, ਕੋਈ ਗੱਲ ਨਹੀਂ, ਮੈਂ ਪਾਣੀ ਨਹੀਂ ਲਵਾਂਗਾ, ਡੋਂਟ ਵਰੀ, ਬੈਠੋ। ਤੁਸੀਂ ਸਾਗ ਲੈਣ ਗਏ ਹੋ ਖੇਤਾਂ ਵਿੱਚ ਔਰ ਆਲੇ ਦੁਆਲੇ ਸਾਰੇ ਵਧੀਆ ਸਾਗ ਹੈ, ਪਰ ਇੱਕ ਖੇਤ ਦੇ ਵਿਚਕਾਰ ਪੌਦਾ ਜਾਂ ਉਹ ਟਾਲੀ ਜਾਂ ਉਹ ਕਿੱਕਰ ਜਾਂ ਉਹ ਪਿੱਪਲ ਜਾਂ ਕੋਈ ਵੀ, ਤੁਸੀਂ ਸਾਈਡਾਂ ਤੋਂ ਸਾਗ ਤੋੜੀ ਜਾ ਰਹੇ ਹੋ। ਪਰ ਜਿਹੜਾ ਸਾਗ ਪੌਦੇ ਦੇ ਥੱਲੇ ਆ, ਕਿਸੇ ਬ੍ਰਿਕਸ਼ ਦੇ ਥੱਲੇ ਆ, ਉੱਥੋਂ ਨਹੀਂ ਤੁਸੀਂ ਤੋੜਦੇ। ਕਾਰਨ ਕਿਉਂਕਿ ਉਹ ਸ਼ੌਰੇ ਵਾਲਾ ਸਾਗ ਬੇਸਵਾਦਾ ਹੈ। ਇਹ ਸਹੀ ਹੈ? सच ਸ਼ੌਰੇ ਵਾਲਾ ਸਾਗ ਬੇਸਵਾਦਾ ਹੈ। ਸਵਾਦ ਕਿਹੜੀ ਚੀਜ਼ ਨੇ ਬਣਾਉਣਾ? ਸੂਰਜ ਦੀ ਰੋਸ਼ਨੀ। आमीन आमीन ਇੱਕ ਤੇ ਜ਼ਮੀਨ ਸਹੀ ਹੋਣੀ ਚਾਹੀਦੀ ਹੈ ਤੇ ਦੂਸਰਾ ਸੂਰਜ ਦੀ ਰੋਸ਼ਨੀ ਵੀ ਸੱਚ, ਉੱਤੇ praise ਡਾਇਰੈਕਟ God। ਪੈਂਦੀ ਹੋਣੀ ਚਾਹੀਦੀ ਹੈ। Amen। ਫਲਾਂ ਨੂੰ ਕਿਹੜੀ ਚੀਜ਼ ਪਕਾਉਂਦੀ ਹੈ? ਸੂਰਜ। टॉप सूरज ਸੂਰਜ ਦੀਆਂ ਕਿਰਨਾਂ यस ਜਦੋਂ ਸੇਕ ਦਿੰਦੀਆਂ ਨੇ ਆਮੀਨ, ਉਹ ਆਮੀਨ। ਫਲਾਂ ਨੂੰ ਪਰ ਜਿਹੜੇ ਪੌਦੇ, ਜਿਹੜਾ ਸਾਗ ਪੱਤ ਕਿਸੇ ਸ਼ੌਰੇ ਥੱਲੇ ਰਹਿ ਜਾਂਦਾ ਆ ਉਹ ਕਦੇ ਵੀ ਸਵਾਦ ਨਹੀਂ। ਅੱਜ ਬਹੁਤ ਸਾਰੀਆਂ ਜ਼ਿੰਦਗੀਆਂ ਆਪਣਾ ਸਵਾਦ ਖਰਾਬ ਕਰ ਰਹੀਆਂ ਨੇ, ਉਹ ਕਿਸੇ ਸ਼ੌਰੇ ਥੱਲੇ ਰਹਿ ਰਹੀਆਂ ਨੇ, सच ਕਿਸੇ ਦੁਨੀਆਦਾਰੀ ਦੇ ਰੀਤੀ ਰਿਵਾਜਾਂ ਦੇ ਸ਼ੌਰੇ ਥੱਲੇ, ਗਲਤ ਭਗਤੀ ਦੇ ਸ਼ੌਰੇ ਥੱਲੇ, ਗਲਤ ਵਿਚਾਰਧਾਰਾ ਦੇ ਸ਼ੌਰੇ ਥੱਲੇ। ਔਰ ਜਦ ਤੱਕ ਕੋਈ ਪੌਦਾ ਸ਼ੌਰੇ ਥੱਲੇ ਆ ਤਦ ਤੱਕ ਉਹ ਆਪਣੀ ਅਸਲੀ ਫਸਲ, ਅਸਲੀ ਰੰਗ, ਅਸਲੀ ਫਲ ਤੇ ਅਸਲੀ ਸਵਾਦ ਨਹੀਂ ਦੇ ਸਕਦਾ। सच ਇਸ ਕਰਕੇ ਗਲਤ ਜਗ੍ਹਾ ਤੋਂ ਉੱਠ ਕੇ ਸਹੀ ਜਗ੍ਹਾ ਤੇ ਲੱਗਣਾ ਜ਼ਰੂਰੀ ਹੈ। आमीन ਜੇ ਉਹਨਾਂ ਨੂੰ ਉਹ ਮਿਸਰ ਚੋਂ ਕੱਢ ਕੇ ਕਨਾਨ ਵਿੱਚ ਜੋੜ ਰਿਹਾ ਤੇ ਅੱਜ ਉਹ ਤੁਹਾਨੂੰ ਵੀ ਇਸ ਸੰਸਾਰਕ ਮਿਸਰ ਦੇ ਵਿੱਚੋਂ ਕੱਢ ਕੇ ਵਚਨ 'ਚ ਜੋੜਨਾ ਚਾਹੁੰਦਾ ਤਾਂ ਕਿ ਤੁਹਾਡੀ ਜ਼ਿੰਦਗੀ ਹਰੀ ਭਰੀ ਹੋਵੇ, ਫਲਦਾਰ ਹੋਵੇ ਔਰ ਤੁਸੀਂ ਸੂਰਜ ਦੀਆਂ ਕਿਰਨਾਂ ਥੱਲੇ ਰਹਿ ਸਕੋ। ਸੂਰਜ ਦੀਆਂ ਕਿਰਨਾਂ ਪ੍ਰਭੂ ਯਿਸੂ ਮਸੀਹ ਹੈ। ਆਮੀਨ। ਲਿਖਿਆ ਜਿਹੜੇ ਮੇਰੇ ਨਾਮ ਦਾ ਭੈ ਮੰਨਦੇ ਹਨ ਉਹਨਾਂ ਲਈ ਧਰਮ ਦਾ ਸੂਰਜ Praise the ਚੜ੍ਹੇਗਾ Lord, glory। ਔਰ ਧਰਮ ਦਾ ਸੂਰਜ ਪ੍ਰਭੂ ਯਿਸੂ ਮਸੀਹ ਹੈ। Amen। ਜਿਹੜਾ ਬੰਦਾ ਯਿਸੂ ਮਸੀਹ ਦੀਆਂ ਕਿਰਨਾਂ ਥੱਲੇ ਆ ਜਾਂਦਾ ਉਹ ਪਰਿਪੱਕ ਹੋਣਾ ਸ਼ੁਰੂ ਹੋ ਆਮੀਨ, ਜਾਂਦਾ, ਆਮੀਨ। ਉਹਦੀ ਜ਼ਿੰਦਗੀ ਸਵਾਦਿਸ਼ਟ ਬਣਨੀ ਸ਼ੁਰੂ ਹੋ ਸੱਚਾ, ਜਾਂਦੀ ਸੱਚਾ, ਹੈ, praise the ਉਹਦਾ Lord। ਫਲ ਪੱਕਣਾ ਸ਼ੁਰੂ ਹੋ ਜਾਂਦਾ। ਆਮੀਨ। ਖੁਦਾਵੰਦ ਤੁਹਾਨੂੰ ਬਹੁਤ ਬਰਕਤ ਦੇ। Praise the Lord। ਆਮੀਨ। God ਬਹੁਤ bless। ਧੰਨਵਾਦ।
ਭਾਈ ਇਮੈਨੂਅਲ ਦੇ ਨਾਲ ਮਿਲ ਕੇ ਧੰਨਵਾਦ ਕਰਦੇ ਹਾਂ। हालेलुया, प्रेज द लॉर्ड, हालेलुया। धन्यवाद 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 प्रभु यीशु यीशु मसीह ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ, ਸ਼ੁਕਰਗੁਜ਼ਾਰ ਕਰਦੇ ਹਾਂ ਪ੍ਰਭੂ ਜੀ। ਸ਼ਾਮਾਂ ਦੇ ਸਮੇਂ ਦੇ ਵਿੱਚ ਪ੍ਰਭੂ ਜੀ ਤੁਸੀਂ ਇੱਕ ਵਾਰ ਫਿਰ ਲਾਰਡ ਜੀਸਸ ਖੁਦਾਵੰਦ ਉਸੇ ਤਰ੍ਹਾਂ ਪ੍ਰਭੂ ਜੀ ਜਿਸ ਤਰ੍ਹਾਂ ਪ੍ਰਭੂ ਜੀ ਤੁਸੀਂ ਅਦਨ ਦੇ ਬਾਗ ਵਿੱਚ ਯਹੋਵਾ ਜੀ ਪ੍ਰਭੂ ਜੀ ਆਪਣੇ ਬੱਚਿਆਂ ਨੂੰ ਮਿਲਣ ਆਇਆ ਕਰਦੇ ਸੀ ਲਾਰਡ ਜੀਸਸ, ਅੱਜ ਇੱਕ ਵਾਰ ਫਿਰ ਪ੍ਰਭੂ ਜੀ ਤੁਸੀਂ ਸ਼ਾਮਾਂ ਦੀ ਘੜੀ ਨੂੰ ਪ੍ਰਭੂ ਜੀ ਇੱਕ ਵਾਰ ਫਿਰ ਤੁਸੀਂ ਪ੍ਰਭੂ ਜੀ ਇਸ ਅਦਨ ਦੇ ਬਾਗ ਸਾਡੇ ਛੋਟੇ ਜਿਹੇ ਘਰ ਦੇ ਵਿੱਚ ਆਏ ਹੋ ਲਾਰਡ ਜੀਸਸ। ਮੈਂ ਤੁਹਾਡਾ ਸਵਾਗਤ ਕਰਦਾ ਹਾਂ ਲਾਰਡ ਜੀਸਸ। ਥੈਂਕ ਯੂ ਲਾਰਡ। ਪ੍ਰਭੂ ਜੀ ਹਮੇਸ਼ਾ ਤੁਸੀਂ ਇੱਕ ਚਮੜੇ ਦੀ ਦੇਹ ਦੇ ਵਿੱਚ ਹੋ ਕੇ ਕਾਰਜ ਕੀਤਾ ਹੈ ਲਾਰਡ ਜੀਸਸ। ਔਰ ਪ੍ਰਭੂ ਯਿਸੂ ਮਸੀਹ ਜਦ ਮੈਂ ਸੁਣ ਰਿਹਾ ਸੀ ਪ੍ਰਭੂ ਜੀ ਜਦੋਂ ਸੇਵਕ ਭਾਈ ਪ੍ਰਭੂ ਜੀ ਬੋਲ ਰਹੇ ਸਨ ਪ੍ਰਭੂ ਜੀ, ਪਿਆਰੇ ਪ੍ਰਭੂ ਯਿਸੂ ਮਸੀਹ ਮੈਂ ਸੱਚ ਕਹਿਣਾ ਹਾਂ ਲਾਰਡ ਜੀਸਸ, ਮੈਂ ਪ੍ਰਭੂ ਜੀ ਉਹਨਾਂ ਨੂੰ ਨਹੀਂ ਮੈਂ ਆਪਣੇ ਨਬੀ ਨੂੰ ਦੇਖ ਰਿਹਾ ਸੀ ਲਾਰਡ ਆਮੀਨ ਜੀਸਸ। ਆਮੀਨ। ਕਿਉਂਕਿ ਪ੍ਰਭੂ ਜੀ ਨਬੀ ਨੇ ਪ੍ਰਭੂ ਜੀ ਜ਼ਿਆਦਾ ਪੜ੍ਹੇ ਲਿਖੇ ਨਹੀਂ ਸਨ ਪ੍ਰਭੂ ਜੀ, ਉਹਨਾਂ ਨੇ ਕੇਵਲ 7 ਜਮਾਤਾਂ ਹੀ ਪਾਸ ਕੀਤੀਆਂ ਸਨ ਪ੍ਰਭੂ ਜੀ। ਉਹਨਾਂ ਨੇ ਬਾਈਬਲ ਪ੍ਰਭੂ ਜੀ ਜੋ ਨੇਚਰ ਦੇ ਵਿੱਚੋਂ ਦੇਖਿਆ ਪ੍ਰਭੂ ਜੀ ਉਸ ਤੋਂ ਹੀ ਸਿੱਖਿਆ ਪ੍ਰਭੂ ਜੀ, ਕਿਸ ਤਰ੍ਹਾਂ ਪ੍ਰਭੂ ਜੀ ਨੇਚਰ ਦੀਆਂ ਗੱਲਾਂ ਨੂੰ ਲੈ ਕੇ ਪ੍ਰਭੂ ਜੀ ਸੇਵਕ ਭਾਈ ਨੇ ਪ੍ਰਭੂ ਜੀ ਉਸ ਚੀਜ਼ ਦਾ ਗਮਲੇ ਦਾ ਪ੍ਰਭੂ ਜੀ ਉਦਾਹਰਨ ਦਿੱਤੀ ਲਾਰਡ ਜੀਸਸ। ਪਿਆਰੇ ਪ੍ਰਭੂ ਜੀ ਮਸੀਹ ਸੱਚ ਮੇਰੇ ਪ੍ਰਭੂ ਜੀ ਹਿਰਦੇ ਪ੍ਰਭੂ ਜੀ ਛਿੱਦੇ ਜਾ ਰਹੇ ਸੀ ਲਾਰਡ ਜੀਸਸ। ਔਰ ਪ੍ਰਭੂ ਜੀ ਸੱਚ ਆ ਪ੍ਰਭੂ ਜੀ ਕੁਝ ਸਮਾਂ ਪਹਿਲਾਂ ਹੀ ਪ੍ਰਭੂ ਜੀ ਅਸੀਂ ਪ੍ਰਭੂ ਜੀ ਨਰਸਰੀ ਦੇ ਵਿੱਚ ਗਏ ਲਾਰਡ ਜੀਸਸ, ਉੱਥੋਂ ਗਮਲੇ ਖਰੀਦੇ ਪ੍ਰਭੂ ਜੀ, ਉੱਥੋਂ ਬੂਟੇ ਖਰੀਦੇ ਪ੍ਰਭੂ ਜੀ, ਅਸੀਂ ਘਰ ਵਿੱਚ ਲੈ ਕੇ ਆਏ ਪ੍ਰਭੂ ਜੀ, ਉਸ ਨੂੰ ਪਲੇਸ ਕੀਤਾ ਲਾਰਡ ਜੀਸਸ। ਪਰ ਪਿਆਰੇ ਪ੍ਰਭੂ ਯਿਸੂ ਮਸੀਹ ਲਾਰਡ ਜੀਸਸ ਜੀ ਉਹ ਲਿਮਿਟਿਡ ਹਨ ਲਾਰਡ ਜੀਸਸ। ਪਿਆਰੇ ਪ੍ਰਭੂ ਯਿਸੂ ਮਸੀਹ ਸੱਚ ਆ ਮੇਰੇ ਪ੍ਰਭੂ ਜੀ ਜੇਕਰ ਇੱਕ ਪੌਦੇ ਨੇ ਪ੍ਰਭੂ ਜੀ ਸੰਪੂਰਨ ਜੀਵਨ ਨੂੰ ਪ੍ਰਾਪਤ ਕਰਨਾ ਹੈ ਲਾਰਡ ਜੀਸਸ ਤੇ ਪ੍ਰਭੂ ਜੀ ਉਸ ਨੂੰ ਜ਼ਮੀਨ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ, ਕਿਉਂਕਿ ਪ੍ਰਭੂ ਜੀ ਤੁਹਾਡਾ ਵਚਨ ਕਹਿੰਦਾ ਹੈ ਕਿ ਜੋ ਆਪਣੇ ਆਪ ਨੂੰ ਜਿੰਨਾ ਨੀਵਿਆਂ ਕਰੇਗਾ ਉਹ ਓਨਾ ਹੀ ਉੱਚਾ ਕੀਤਾ ਜਾਵੇਗਾ। ਔਰ ਲਾਰਡ ਜੀਸਸ ਤੁਹਾਡਾ ਵਚਨ ਕਹਿੰਦਾ ਹੈ ਕਿ ਤੁਸੀਂ ਲਾਰਡ ਜੀਸਸ ਪ੍ਰਭੂ ਯਿਸੂ ਮਸੀਹ ਜੀ ਤੁਸੀਂ ਸਵਰਗ ਦੇ ਰਾਜਕੁਮਾਰ ਹੋ ਲਾਰਡ ਜੀ, ਸ਼ਾਂਤੀ ਦੇ ਰਾਜਕੁਮਾਰ ਹੋ ਲਾਰਡ ਜੀਸਸ। ਤੁਸੀਂ ਖੁਦਾ ਹੋ ਕੇ ਵੀ ਪ੍ਰਭੂ ਜੀ ਆਪਣੇ ਆਪ ਨੂੰ ਖੁਦਾ ਨਾ ਜਾਣਿਆ ਤੇ ਆਪਣੇ ਆਪ ਨੂੰ ਸ਼ੂਨਿਆ ਕਰ ਲਿਆ ਲਾਰਡ ਜੀਸਸ। ਪਿਆਰੇ ਪ੍ਰਭੂ ਯਿਸੂ ਮਸੀਹ ਤੁਸੀਂ ਝੁਕ ਗਏ ਲਾਰਡ ਜੀਸਸ, ਤੁਸੀਂ ਆਪਣੇ ਪ੍ਰਭੂ ਜੀ ਦਾਸਾਂ ਦੇ ਪੈਰਾਂ ਨੂੰ ਧੋਤਾ ਲਾਰਡ ਜੀਸਸ। ਤੁਹਾਡਾ ਧੰਨਵਾਦ ਕਰਦਾ, ਤੁਹਾਡੀ ਤਾਰੀਫ ਕਰਦਾ ਹਾਂ ਲਾਰਡ ਜੀਸਸ। ਪਿਆਰੇ ਪ੍ਰਭੂ ਯਿਸੂ ਮਸੀਹ ਸੱਚ ਮੇਰੇ ਪ੍ਰਭੂ ਜੀ ਤੁਸੀਂ ਜ਼ਿੰਦਾ ਖੁਦਾ ਹੋ ਲਾਰਡ ਜੀਸਸ। ਲਾਰਡ ਜੀਸਸ ਏਲੀਆ ਦੇ ਸਮੇਂ ਦੇ ਵਿੱਚ ਪ੍ਰਭੂ ਜੀ ਏਲੀਆ ਨੇ ਆਖਿਆ ਕਿ ਜੇ ਬਾਲ ਖੁਦਾ ਹੈ ਤੇ ਬਾਲ ਨੂੰ ਪੂਜੋ, ਜੇ ਯਹੋਵਾ ਖੁਦਾ ਹੈ ਤੇ ਯਹੋਵਾ ਨੂੰ ਪੂਜੋ। ਲਾਰਡ ਜੀਸਸ ਮੈਂ ਤੁਹਾਡਾ ਬੜਾ ਹੀ ਸ਼ੁਕਰਗੁਜ਼ਾਰ ਕਰਦਾ ਹਾਂ ਲਾਰਡ ਜੀਸਸ। ਪਿਆਰੇ ਪ੍ਰਭੂ ਯਿਸੂ ਮਸੀਹ ਅੱਜ ਪ੍ਰਭੂ ਜੀ ਇੱਕ ਵਾਰ ਫਿਰ ਪ੍ਰਭੂ ਜੀ ਤੁਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਹੈ ਲਾਰਡ ਜੀਸਸ। ਪਿਆਰੇ ਪ੍ਰਭੂ ਯਿਸੂ ਮਸੀਹ ਕਿਉਂਕਿ ਜ਼ਿੰਦਾ ਇੱਕਮਾਤਰ ਖੁਦਾ ਇੱਕ ਹੀ ਹੈ, ਉਹ ਯਹੋਵਾ ਹੀ ਹੈ ਲਾਰਡ ਜੀਸਸ। ਪਿਆਰੇ ਪ੍ਰਭੂ ਯਿਸੂ ਮਸੀਹ ਬਾਕੀ 33 ਕਰੋੜ ਦੇਵੀ ਦੇਵਤਾ ਪ੍ਰਭੂ ਜੀ ਸਾਨੂੰ ਕੁਛ ਨਹੀਂ ਦੇ ਸਕਦੇ ਪ੍ਰਭੂ ਜੀ, ਕਿਉਂਕਿ ਇਹ ਮੂਰਤਾਂ ਹਨ ਲਾਰਡ ਜੀਸਸ। ਇਹਨਾਂ ਦਾ ਮੂੰਹ ਹੈ ਲੇਕਿਨ ਇਹ ਬੋਲ ਨਹੀਂ ਸਕਦੇ, ਇਹਨਾਂ ਦੀ ਅੱਖਾਂ ਹਨ ਪ੍ਰਭੂ ਇਹ ਦੇਖ ਨਹੀਂ ਸਕਦੇ, ਇਹਨਾਂ ਦੇ ਕੰਨ ਹਨ ਪਰ ਇਹ ਸੁਣ ਨਹੀਂ ਸਕਦੇ, ਇਹਨਾਂ ਦੇ ਹੱਥ ਹਨ ਪਰ ਇਹ ਹਿੱਲ ਨਹੀਂ ਸਕਦੇ, ਇਹਨਾਂ ਦੇ ਪੈਰ ਹਨ ਪਰ ਇਹ ਚੱਲ ਨਹੀਂ ਸਕਦੇ ਲਾਰਡ ਜੀਸਸ। ਪਰ ਇੱਕ ਯਹੋਵਾ ਖੁਦਾ ਹੈ ਜੋ ਇੱਕ ਜ਼ਿੰਦਾ ਆਤਮਾ ਹੈ, ਜੋ ਹਮੇਸ਼ਾ ਹੀ ਇੱਕ ਦੇਹ ਦਾ ਉਪਯੋਗ ਕਰਦਾ ਹੈ। ਔਰ ਪ੍ਰਭੂ ਜੀ ਉਸ ਦੇਹ ਦਾ ਲਾਰਡ ਜੀਸਸ ਇੱਕ ਵਾਰ ਫਿਰ ਤੁਸੀਂ ਇਸ ਦੇਹ ਦਾ ਇਸਤੇਮਾਲ ਕੀਤਾ ਹੈ ਪ੍ਰਭੂ ਜੀ, ਕਿਉਂਕਿ ਵਚਨ ਇਹ ਕਹਿੰਦਾ ਹੈ ਕਿ ਯਹੋਵਾ ਖੁਦਾ ਇੱਕ ਆਤਮਾ ਹੈ ਤਾਂ ਉਹ ਹਮੇਸ਼ਾ ਹੀ ਇੱਕ ਦੇਹ ਦਾ ਇਸਤੇਮਾਲ ਕਰਦਾ ਹੈ। ਪ੍ਰਭੂ ਜੀ ਤੁਸੀਂ ਇੱਕ ਵਾਰ ਫਿਰ ਲਾਰਡ ਜੀਸਸ ਪ੍ਰਭੂ ਜੀ ਮੇਰੇ ਸੇਵਕ ਭਾਈ ਦੀ ਦੇਹ ਦਾ ਇਸਤੇਮਾਲ ਕੀਤਾ ਹੈ, ਕਿਉਂਕਿ ਨਬੀ ਨੇ ਆਖਿਆ ਕਿ ਮੈਂ ਤਾਂ ਸਿਰਫ ਇੱਕ ਮਾਈਕਰੋਫੋਨ ਹਾਂ, ਬੋਲਣ ਵਾਲਾ ਤਾਂ ਯਹੋਵਾ ਇੰਜ ਫਰਮਾਂਦਾ ਹੈ। ਤੁਹਾਡਾ ਧੰਨਵਾਦ ਕਰਦਾ ਹਾਂ ਪ੍ਰਭੂ ਜੀ ਤੁਸੀਂ ਸਾਡੇ ਹਿਰਦਿਆਂ ਨੂੰ ਛਿੱਦਿਆ ਹੈ ਲਾਰਡ ਜੀਸਸ। ਪ੍ਰਭੂ ਜੀ ਹੋਣ ਦਿਓ ਕਿ ਸਾਰੀਆਂ ਅੰਧਕਾਰ ਦੀਆਂ ਸ਼ਕਤੀਆਂ ਨੂੰ ਯਿਸੂ ਨਾਮ ਦੇ ਵਿੱਚ ਬਣ ਕੇ ਅੱਜ ਲੋਕ ਵਿੱਚ ਸੁੱਟ ਦਿੰਦੇ ਹਾਂ ਲਾਰਡ ਜੀਸਸ। ਪਿਆਰੇ ਪ੍ਰਭੂ ਯਿਸੂ ਮਸੀਹ ਲਾਰਡ ਜੀਸਸ ਹੋਣੇ ਪਾਏ ਕਿ ਖੁਦਾਬੰਦ ਅਸੀਂ ਇੱਕ ਮਾਤਰ ਜ਼ਿੰਦੇ ਖੁਦਾ ਦੇ ਪ੍ਰਭੂ ਜੀ ਮਗਰ ਹੋ ਕੇ ਲਾਰਡ ਜੀਸਸ ਪ੍ਰਭੂ ਜੀ ਉਸ ਮਿਸਰ ਤੋਂ ਪ੍ਰਭੂ ਜੀ ਆਜ਼ਾਦ ਹੋ ਕੇ ਕਨਾਨ ਦੇ ਵਿੱਚ ਪ੍ਰਭੂ ਜੀ ਜੋ ਉਪਜਾਊ ਭੂਮੀ ਹੈ ਜਿੱਥੇ ਦੁੱਧ ਤੇ ਸ਼ਹਿਦ ਦੀਆਂ ਨਦੀਆਂ ਵਹਿੰਦੀਆਂ ਹਨ ਪ੍ਰਭੂ ਜੀ ਉੱਥੇ ਪ੍ਰਭੂ ਜੀ ਜੀਵਨ ਨੂੰ ਪ੍ਰਾਪਤ ਕਰ ਸਕੀਏ ਤੇ ਪ੍ਰਭੂ ਜੀ ਅਸੀਂ ਆਪਣੇ ਸਵਰਗੀ ਘਰ ਦੇ ਵਿੱਚ ਜਾ ਸਕੀਏ ਜੋ ਸਾਡੀ ਅਸਲੀਅਤ ਦੇ ਵਿੱਚ ਸਾਡੀ ਅਸਲੀ ਮਿਰਾਸ ਹੈ ਲਾਰਡ ਜੀਸਸ। ਤੁਹਾਡਾ ਧੰਨਵਾਦ ਕਰਦਾ ਹਾਂ ਲਾਰਡ ਜੀਸਸ। ਸੱਚ ਪ੍ਰਭੂ ਜੀ ਅੱਗ ਦੀਆਂ ਲਪਟਾਂ ਪ੍ਰਭੂ ਜੀ ਪਵਿੱਤਰ ਆਤਮਾ ਜੁਬਿਸ਼ ਕਰ ਰਿਹਾ ਸੀ ਲਾਰਡ ਜੀਸਸ। ਪਿਆਰੇ ਪ੍ਰਭੂ ਯਿਸੂ ਮਸੀਹ ਤੁਸੀਂ ਮੇਰੇ ਸੇਵਕ ਭਾਈ ਦੇ ਪਰਿਵਾਰ ਨੂੰ ਪ੍ਰਭੂ ਜੀ ਬਹੁਤਾਈ ਚ ਬਰਕਤ ਦੇਣਾ ਔਰ ਹਰ ਇੱਕ ਕਮੀ ਘਟੀ ਨੂੰ ਦੂਰ ਕਰਨਾ। ਇਸ ਸੇਵਕਾਈ ਨੂੰ ਪ੍ਰਭੂ ਜੀ ਜੋ ਤੁਸੀਂ ਹੀ ਪ੍ਰਭੂ ਜੀ ਇਸ ਨੂੰ ਲਗਾਇਆ ਹੈ ਔਰ ਪ੍ਰਭੂ ਜੀ ਇਸ ਨੂੰ ਫਲਵੰਦ ਕੀਤਾ ਹੈ ਲਾਰਡ ਜੀਸਸ ਔਰ ਹੋਣੇ ਪਾਏ ਪ੍ਰਭੂ ਜੀ ਇਸ ਸੇਵਕਾਈ ਤੋਂ ਪ੍ਰਭੂ ਜੀ ਬਹੁਤ ਸਾਰੀਆਂ ਰੂਹਾਂ ਬਚਾਈਆਂ ਜਾਣ।
प्रभु जी ਧੰਨਵਾਦ ਕਰਦੇ ਹੋਏ ਸ਼ੁਕਰਾਨੇ ਦੀ ਪ੍ਰਾਰਥਨਾ ਮਸੀਹ ਯੀਸ਼ੂ ਦੇ ਪਵਿੱਤਰ ਨਾਮ ਚ ਮੰਗਦਾ ਹਾਂ ਆਮੀਨ। ਪ੍ਰਭੂ ਵਾਲੀ ਪ੍ਰਾਰਥਨਾ ਕਰਦੇ ਹਾਂ। ਐ ਸਾਡੇ ਬਾਪ, ਇਹ ਸਾਡੇ ਬਾਪ ਤੂੰ ਜੋ ਸਵਰਗ ਵਿੱਚ ਹੈ, ਜੋ ਸਵਰਗ ਤੇਰਾ ਵਿੱਚ ਨਾਮ ਪਾਕ ਤੇਰਾ ਮੰਨਿਆ ਨਾਮ ਜਾਏ, ਪਾਕ ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਸਵਰਗ ਵਿੱਚ ਪੂਰੀ ਹੁੰਦੀ ਹੈ ਜ਼ਮੀਨ ਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਬਖਸ਼ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜਮਾਇਸ਼ ਨਾ ਪੈਣ ਦੇ, ਸਗੋਂ ਬੁਰਾਈ ਤੋਂ ਬਚਾ, ਜੋ ਬਾਦਸ਼ਾਹੀ, ਕੁਦਰਤ, ਜਲਾਲ ਹਮੇਸ਼ਾ ਕਰਦੇ ਰਹੇ। ਆਮੀਨ। ਪ੍ਰਭੂ ਯਿਸੂ ਮਸੀਹ ਦੀ ਕਿਰਪਾ ਸਾਡੇ ਵਿੱਚੋਂ ਇੱਕ ਇੱਕ ਨਾਲ ਔਰ ਇਸ ਘਰ ਪਰਿਵਾਰ ਨਾਲ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਬਣੀ ਰਹੇ। ਆਮੀਨ। ਆਮੀਨ। ਸਾਰੇ ਨੂੰ ਜੈ ਮਸੀਹ।